ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਮੈਂ ਹਰ ਹਰ ਨਾਮ ਧਰ ਸੋਈ, ਜਿਉ ਭਾਵੈ ਤਿਉ ਰਾਖ ਮੇਰੇ ਸਾਹਿਬ। ਮੈਂ ਤੁਝ ਬਿਨ ਅਵਰ ਨ ਕੋਈ, ਮੈਂ ਤਾਣ ਦੀਵਾਨ ਤੂੰ ਹੈ ਮੇਰਾ ਸੁਆਮੀ। ਮੈਂ ਤੁਧ ਆਗੈ ਅਰਦਾਸ, ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬੇਨੰਤੀ। ਮੇਰਾ ਦੁੱਖ ਸੁਖ ਤੁਝ ਹੀ ਪਾਸ, ਜੀਤਾ ਜੀਉ ਪਿੰਡ ਸਭ ਤੇਰਾ। ਤੂੰ ਅੰਤਰਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹਿ ਜਨ ਨਾਨਕ। ਜਿਹਾ ਤੂੰ ਕਰਾਏ ਤਿਹਾ ਹੋਂ ਕਰੀ ਵਖਿਆਣ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹੋਂ ਕਰੀ ਵਖਿਆਣ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਤੀਜਾ। ਇਕ ਮੂਲ ਲੱਗੇ ਓਨੀ ਸੁਖ ਪਾਇਆ, ਡਾਲੀ ਲਾਗੇ ਤਿੰਨੀ ਜਨਮ ਗਵਾਇਆ। ਇਕ ਮੂਲ ਲੱਗੇ ਓਨੀ ਸੁਖ ਪਾਇਆ, ਡਾਲੀ ਲਾਗੇ ਤਿੰਨੀ ਜਨਮ ਗਵਾਇਆ। ਅੰਮ੍ਰਿਤ ਫਲ ਤਿਨ ਜਨ ਕਉ ਲਾਗੇ,
ਜੋ ਬੋਲਹਿ ਅੰਮ੍ਰਿਤ ਬਾਤਾ ਹੈ। ਹਮ ਗੁਣ ਨਾਹੀ ਕਿਆ ਬੋਲਹਿ ਬੋਲ। ਤੂੰ ਸਭਨਾ ਦੇਖਹਿ ਤੋਲਹਿ ਤੋਲ। ਜਿਉ ਭਾਵੈ ਤਿਉ ਰਾਖਹਿ ਰਹਿਣਾ। ਗੁਰਮੁਖ ਏਕੋ ਜਾਤਾ ਹੈ। ਜਾ ਤੁਧ ਭਾਣਾ ਤਾਂ ਸੱਚੀ ਕਾਰੈ ਲਾਏ। ਅਵਗਣ ਛੋੜ ਗੁਣ ਮਾਹੇ ਸਮਾਏ। ਗੁਣ ਮਹਿ ਏਕੋ ਨਿਰਮਲ ਸਾਚਾ। ਗੁਰ ਕੈ ਸ਼ਬਦ ਪਛਾਤਾ ਹੈ। ਜਹ ਦੇਖਾਂ ਤਹ ਏਕੋ ਸੋਈ। ਦੂਜੀ ਦੁਰਮਤ ਸਭ ਦੇ ਖੋਈ। ਏਕ ਸਮਹਿ ਪ੍ਰਭ ਏਕ ਸਮਾਣਾ। ਆਪਣੇ ਰੰਗ ਸਦ ਰਾਤਾ ਹੈ। ਕਾਇਆ ਕਮਲ ਹੈ ਕੁਮਲਾਣਾ। ਮਨ ਮੁਖ ਸ਼ਬਦ ਨ ਬੁਝੈ ਇਆਣਾ। ਗੁਰ ਪ੍ਰਸਾਦੀ ਕਾਇਆ ਖੋਜੇ। ਪਾਏ ਜਗ ਜੀਵਨ ਦਾਤਾ ਹੈ। ਕਾਇਆ ਕਮਲ ਹੈ ਕੁਮਲਾਣਾ। ਮਨ ਮੁਖ ਸ਼ਬਦ ਨ ਬੁਝੈ ਇਆਣਾ। ਗੁਰ ਪ੍ਰਸਾਦੀ ਕਾਇਆ ਖੋਜੇ। ਪਾਏ ਜਗ ਜੀਵਨ ਦਾਤਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਛਤਰ ਤਖ਼ਤ ਦੇ ਮਾਲਕ ਬਾਣੀ ਕੇ ਬੋਹਿਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵਡਭਾਗੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਹੱਕ ਹੱਕ ਅੰਦੇਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਾਹਿਬਾਂ ਦੇ ਪਾਵਨ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼੍ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼੍ਰਵਣ ਕਰਦੀਆਂ ਆ ਰਹੀਆਂ ਹਨ। ਜੋ ਪਾਵਨ ਸ਼ਬਦ ਆਪ ਜੀ ਨੇ ਸ਼੍ਰਵਣ ਕੀਤਾ ਹੈ, ਕੱਲ੍ਹ ਵਾਲੀ ਵਿਚਾਰ ਦੇ ਵਿੱਚ ਪਹਿਲੇ 3 ਪਦਿਆਂ ਦੀ ਵਿਚਾਰ ਆਪ ਜੀ ਨੇ ਸ਼੍ਰਵਣ ਕੀਤੀ ਸੀ।
ਅੱਜ ਸਤਿਗੁਰੂ ਮਹਾਰਾਜ ਜੀ ਚੌਥੇ ਪਦੇ ਦੁਆਰਾ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਸਾਰੇ ਆਪਾਂ ਆਪਣੀ ਰਸਨਾ ਨੂੰ ਕਰੀਏ ਪਵਿੱਤਰ ਤੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇਕ ਮੂਲ ਲੱਗੇ ਓਨੀ ਸੁਖ ਪਾਇਆ, ਡਾਲੀ ਲਾਗੇ ਤਿਨੀ ਜਨਮ ਗਵਾਇਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਕੱਲ੍ਹ ਆਪ ਜੀ ਨੇ ਸ਼ਰਵਣ ਕੀਤਾ ਸੀ ਕਿ ਜੀਵ ਦਾ ਜਿਹੜਾ ਜੀ ਹੈ ਹਰ ਸਮੇਂ ਮਾਇਆ ਦੇ ਵਿੱਚ ਹੀ ਗਲਤਾਨ ਹੈ। ਉਸ ਮਾਲਕ ਵਾਹਿਗੁਰੂ ਦੀ ਸਿਫਤ ਸਲਾਹ ਨਹੀਂ ਕਰਦਾ, ਪਰ ਜਿਸ ਜੀਵ ਨੇ ਗੁਰੂ ਦੀ ਸ਼ਰਨ ਵਿੱਚ ਆ ਕੇ ਪ੍ਰਭੂ ਪਰਮਾਤਮਾ ਦੇ ਗੁਣਾਂ ਦਾ ਗਿਆਨ ਕੀਤਾ, ਉਹਨਾਂ ਨੇ ਫਿਰ ਅਸਲੀ ਪਰਮੇਸ਼ਰ ਵਾਹਿਗੁਰੂ ਨੂੰ ਪਛਾਣ ਲਿਆ ਉਹਦੇ ਵਿੱਚ ਇੱਕਮਿਕ ਹੋ ਕੇ। ਤੇ ਸਤਿਗੁਰੂ ਜੀ ਇੱਥੇ ਹੁਣ ਬਚਨ ਕਰਦੇ ਨੇ, ਦਰੱਖਤ ਦੀ ਉਦਾਹਰਣ ਦੇ ਕੇ ਸਮਝਾਉਂਦੇ ਨੇ। ਕਹਿੰਦੇ ਨੇ ਇੱਕ ਮੂਲ ਲੱਗੇ ਤਿੰਨੀ ਸੁਖ ਪਾਇਆ। ਮੂਲ ਦਾ ਅਰਥ ਹੈ ਮੁੱਢ, ਕਿ ਇੱਕ ਐਸੇ ਨੇ ਜਿਹੜੇ ਮੂਲ ਮੁੱਢ ਨਾਲ ਜੁੜੇ ਹੋਏ ਨੇ। ਮੁੱਢ ਕੀ ਹੈ? ਪਰਮਾਤਮਾ ਵਾਹਿਗੁਰੂ, ਜਿਹਨੂੰ ਆਪਾਂ ਅਕਾਲ ਪੁਰਖ ਆਖਦੇ ਹਾਂ। ਇੱਕ ਐਸੇ ਨੇ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਲੱਗੇ ਹੋਏ ਨੇ, ਭਾਵ ਅਕਾਲ ਪੁਰਖ ਦੀ ਸਿਫਤ ਸਲਾਹ ਕਰਦੇ ਨੇ, ਵਡਿਆਈ ਕਰਦੇ ਹਨ। ਉਹਨਾਂ ਜੀਵਾਂ ਨੇ ਫਿਰ ਮਾਲਕ ਦੀ ਉਸਤਤ ਕਰਕੇ, ਵਡਿਆਈ ਕਰਕੇ ਸੁੱਖ ਪ੍ਰਾਪਤ ਕਰ ਲਿਆ। ਜਿਵੇਂ ਆਪਾਂ ਸਤਿਗੁਰ ਦੇ ਬਚਨ ਪੜ੍ਹਦੇ ਹਾਂ ਤੇ ਪਾਤਸ਼ਾਹ ਕਹਿੰਦੇ ਕਿਵੇਂ ਉਸਤਤ ਕਰਨੀ ਹੈ। ਸੁਖਨੀ ਸਾਹਿਬ ਦੀ ਪਾਵਨ ਬਾਣੀ 'ਚ ਪਾਤਸ਼ਾਹ ਦਾ ਫਰਮਾਨ ਕਹਿੰਦੇ ਨੇ, ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਹਿ ਜੀਓ, ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ। ਕਰ ਹਰ ਕਰਮ ਸ਼ਰਵਣ ਹਰ ਕਥਾ, ਹਰ ਦਰਗ ਹੈ ਨਾਨਕ ਊਜਲ ਮੱਥਾ। ਤੇ ਪਾਤਸ਼ਾਹ ਜੀ ਨੇ ਫਰਮਾਨ ਕਰਕੇ ਕਿਹਾ ਕਿ ਇਸ ਤਰ੍ਹਾਂ ਉਸ ਮਾਲਕ ਦੀ ਉਸਤਤ ਕਰਨੀ ਹੈ, ਵਡਿਆਈ ਕਰਨੀ ਹੈ। ਜਿਹੜੇ ਉਸ ਮਾਲਕ ਦੀ ਉਸਤਤ ਕਰਦੇ ਨੇ ਉਹਨਾਂ ਨੂੰ ਫਿਰ ਸਦੀਵੀ ਕਾਲ ਦਾ ਸੁੱਖ ਪ੍ਰਾਪਤ ਹੋ ਜਾਂਦਾ ਹੈ। ਇੱਕ ਸੁੱਖ ਕੁਝ ਸਮੇਂ ਦਾ, ਘਰ ਵਿੱਚ ਖੁਸ਼ੀਆਂ ਖੇੜੇ ਆ ਗਏ, ਧਨ ਸੰਪਦਾ ਚੰਗੀ ਆ ਗਈ, ਜ਼ਮੀਨ ਭੂਮੀ ਦਾ ਮਾਲਕ ਬਣ ਗਏ ਆ, ਰਾਜ ਭਾਗ ਭੋਗਣ ਲੱਗ ਪਏ ਆ। ਇਹ ਸੁੱਖ ਕੁਝ ਸਮੇਂ ਦਾ ਹੈ। ਤੇ ਜਿਹੜਾ ਸਦੀਵੀ ਸੁੱਖ ਹੈ ਉਹ ਸੁੱਖ ਰੱਬ ਦੇ ਪਿਆਰੇ ਭਗਤ ਜਨਾਂ ਨੂੰ, ਗੁਰਮੁਖਾਂ ਨੂੰ, ਗੁਰੂ ਕੇ ਪਿਆਰੇ ਜਿਹੜੇ ਸਿੱਖ ਨੇ, ਸਿੱਧਕੀ ਸਿੱਖ ਨੇ, ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਭਗਤ ਰਵਿਦਾਸ ਸਾਹਿਬਾਨ ਜੀ ਨੇ ਸਵਾਲ ਕਰ ਦਿੱਤਾ, ਕਹਿਣ ਲੱਗੇ ਭਗਤ ਜੀ ਇਹ ਦੱਸੋ ਸੰਸਾਰ ਵਿੱਚ ਸਭ ਤੋਂ ਵੱਧ ਸੁਖੀ ਕੌਣ ਹੈ? ਕਿਹਨੂੰ ਸਾਰੇ ਸੁੱਖ ਆਨੰਦ ਪ੍ਰਾਪਤ ਹੁੰਦੇ ਨੇ? ਕਿ ਇੱਕ ਪੰਡਤ ਨੂੰ, ਵਿਦਵਾਨ ਨੂੰ, ਜਿਹੜਾ ਪੰਡਤ ਗਿਆਨਵਾਨ ਪੁਰਸ਼ ਹੈ ਉਹ ਸੁਖੀ ਹੈ? ਜਾਂ ਭਗਤ ਜੀ ਇਹ ਦੱਸੋ ਕੋਈ ਸੂਰਮਾ ਸੁਖੀ ਹੈ? ਜਿਹੜਾ ਸੂਰਮਾ ਜਿਹਦੇ ਹੱਥ ਵਿੱਚ ਤਲਵਾਰ ਪਕੜੀ ਹੈ, ਵੱਡੇ ਦੁਸ਼ਮਣ ਨਾਲ ਮੁਕਾਬਲਾ ਕਰਦਾ, ਜਿੱਤ ਪ੍ਰਾਪਤ ਕਰਦਾ ਹੈ, ਬੜਾ ਬਹਾਦਰ ਹੈ, ਉਹ ਸੁਖੀ ਹੈ?
ਫਿਰ ਭਗਤ ਜੀ ਜਾਂ ਫਿਰ ਇਹ ਦੱਸੋ ਕੋਈ ਛਤਰਪਤੀ ਰਾਜਾ ਸੁਖੀ ਹੋਵੇ। ਛਤਰਪਤੀ ਰਾਜਾ ਪਾ ਜਿਹੜਾ ਚੱਕਰਵਰਤੀ ਰਾਜਾ ਜਿਹਦਾ ਸਾਰੇ ਸੰਸਾਰ 'ਚ ਹੁਕਮ ਚੱਲਦਾ ਹੋਵੇ। ਭਗਤ ਰਵਿਦਾਸ ਜੀ ਕਹਿਣ ਲੱਗੇ ਠੀਕ ਹੈ, ਇੱਕ ਗਿਆਨੀ ਨੂੰ ਗਿਆਨਵਾਨ ਪੁਰਸ਼ ਬਣ ਗਏ ਆ, ਗ੍ਰੰਥ ਪੜ੍ਹ ਲਏ, ਧਰਮ ਗ੍ਰੰਥਾਂ ਦਾ ਟੀਕੇ ਕਰਨ ਲੱਗ ਪਏ ਆ, ਅਰਥ ਕਰਕੇ ਸੰਗਤ ਨੂੰ ਸੁਣਾਉਣ ਲੱਗ ਪਏ ਆ। ਕਹਿੰਦੇ ਉਹ ਸੁੱਖ ਹੈ, ਪਰ ਥੋੜ੍ਹੇ ਸਮੇਂ ਜਿੰਨੀ ਮਿਹਨਤ ਕੀਤੀ ਉਹਦੇ ਮਤਾ ਸੁੱਖ ਮਿਲ ਰਿਹਾ, ਲੋਕਾਂ ਵਿੱਚ ਵਾਹ ਵਾਹ ਹੋ ਰਹੀ ਹੈ। ਸੂਰਮੇ ਨੂੰ ਸੂਰਮਤਾਈ ਉਦੋਂ ਤੱਕ ਹੈ, ਸੂਰਮਾ ਸ਼ਸਤਰ ਵਿੱਦਿਆ ਦਾ ਅਭਿਆਸ ਕਰਦਾ, ਮੈਦਾਨੇ ਜੰਗ 'ਚ ਜੂਝਦਾ, ਉਹਨੂੰ ਕੁਛ ਸੁੱਖ ਹੈ ਪਰ ਕੁਝ ਸਮੇਂ ਦਾ ਸੁੱਖ। ਛਤਰਪਤੀ ਰਾਜਾ ਜਿਹੜਾ ਹੈ, ਜਿਹਦਾ ਸਾਰਿਆਂ ਉੱਤੇ ਹੁਕਮ ਚੱਲਦਾ, ਜਿਹਦੀ ਅਵਸਥਾ ਇਹੋ ਜੀ ਮਨ ਜੀਤ ਫਿਰੈ ਸਭ ਦੇਸ ਦੇ ਸਾਨ ਕੋ, ਬਾਜਤ ਢੋਲ ਮਰਦੰਗ ਨਗਾਰੇ, ਗੁੰਜਤ ਗੂੜ ਗਜਾਨਕ ਸੁੰਦਰ, ਹਿੰਸਤ ਹੀ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਣੈ ਨਹੀਂ ਜਾਤ ਵਿਚਾਰੇ, ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ, ਅੰਤ ਕੋ ਅੰਤ ਕੇ ਧਾਮ ਸਿਧਾਰੇ। ਰੋਜ਼ਾਨਾ ਆਪਾਂ ਪਾਤਸ਼ਾਹ ਦੇ ਬਚਨ ਪੜ੍ਹਦੇ ਹਾਂ ਕਿ ਸਾਰੇ ਸੰਸਾਰ ਨੂੰ ਜਹਾਨ ਨੂੰ ਜਿੱਤ ਲਵੇ, ਜਿੱਧਰ ਜਾਵੇ ਉੱਧਰ ਨਗਾਰੇ ਵੱਜਣ, ਜੈ ਜੈਕਾਰ ਹੋਵੇ, ਲੋਕ ਸਲਾਮਾਂ ਕਰਨ। ਕਹਿੰਦੇ ਪਰ ਸੱਚ ਜਾਣੀ ਜੇ ਪਰਮੇਸ਼ਰ ਦਾ ਨਾਮ ਨਹੀਂ ਹੈ, ਜੇ ਨਾ ਸ਼ੁਕਰਾ ਬਣਿਆ ਰਿਹਾ, ਵਾਹਿਗੁਰੂ ਦਾ ਸ਼ੁਕਰ ਨਹੀਂ ਕੀਤਾ, ਸ਼ੁਕਰ ਕੀਤੇ ਤੋਂ ਬਿਨਾਂ ਕਹਿੰਦੇ ਫਿਰ ਉਹ ਸਭ ਕੁਝ ਵਿਅਰਥ ਹੈ। ਤੇ ਅੰਤ ਵੇਲੇ ਹਾਲਾਤ ਇਹੋ ਜਿਹੇ ਬਣਨਗੇ ਕਿ ਅੰਤ ਕੁ ਅੰਤ ਕੇ ਧਾਮ ਸਿਧਾਰੇ, ਉਹਦੇ ਧਾਮ ਉਹਦੇ ਘਰ ਚਲੇ ਜਾਣਾ। ਤੇ ਇੱਥੇ ਸਤਿਗੁਰੂ ਕਹਿੰਦੇ ਛਤਰਪਤੀ ਰਾਜਾ ਜਿਹਦੇ ਅੱਗੇ ਨੌਕਰ ਚਾਕਰ ਨੇ, ਸੈਨਾ ਨੇ, 4 ਪ੍ਰਕਾਰ ਦੀ ਸੈਨਾ ਉਹਦੇ ਹੁਕਮ ਦੇ ਵਿੱਚ ਹੈ, ਜਿੱਧਰ ਜਾਂਦਾ ਉੱਧਰ ਸਲਾਮਾਂ ਹੁੰਦੀਆਂ ਨੇ, ਕੀ ਉਹ ਸੁੱਖ ਹੈ? ਹੁਣ ਦੁਨਿਆਵੀ ਨਿਗਾਹ ਨਾਲ ਦੇਖੀਏ ਤੇ ਬਾਕੀ ਸੁੱਖ ਹੈ, ਪਰ ਜੇ ਪਰਮਾਰਥੀ ਨਿਗਾਹ ਨਾਲ ਦੇਖੀਏ, ਜਿਹੜਾ ਸੁੱਖ ਗੁਰੂ ਸਵਾਰੇ ਰਾਜੇ ਨੂੰ ਹੈ, ਉਹ ਤੋਂ ਕਈ ਗੁਣਾ ਵੱਧ ਸੁੱਖ ਰੱਬ ਦੇ ਪਿਆਰੇ ਭਗਤ ਜਨਾਂ ਨੂੰ ਹੈ, ਗੁਰਮੁਖਾਂ ਨੂੰ ਹੈ। ਤੇ ਭਗਤ ਰਵਿਦਾਸ ਸਾਹਿਬਾਨ ਜੀ ਕਹਿੰਦੇ ਨੇ, ਇਹ ਲੋਕ ਜਿਹੜੇ ਨੇ ਜਿੰਨੇ ਵੀ ਹਨ, ਰੱਬ ਦੇ ਪਿਆਰੇ ਭਗਤ ਜਨਾਂ ਦੀ ਬਰੋਬਰਤਾ ਨਹੀਂ ਕਰ ਸਕਦੇ ਨੇ, ਉਹਦਾ ਸਦੀਵੀ ਸੁੱਖ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਭਗਤ ਜੀ ਦਾ ਫਰਮਾਨ, ਪੰਡਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ। ਕੋਈ ਵੀ ਬਰੋਬਰਤਾ ਨਹੀਂ ਪ੍ਰਭ ਦੇ ਪਿਆਰੇ ਭਗਤਾਂ ਦੀ। ਉਹ ਭਗਤ ਕਿਹੜੇ? ਜਿਹੜੇ ਇੱਕ ਮੂਲ ਲੱਗੇ ਓਨੀ ਸੁੱਖ ਪਾਇਆ, ਜਿਹੜੇ ਇੱਕ ਮੁੱਢ ਨਾਲ ਲੱਗੇ ਨੇ। ਮੁੱਢ ਕੀ ਹੈ? ਪਰਮਾਤਮਾ। ਜਿਹੜੇ ਪਰਮਾਤਮਾ ਨਾਲ ਜੁੜੇ ਹੋਏ ਨੇ, ਉਹਨਾਂ ਫਿਰ ਜੀਵਾਂ ਨੇ ਸਦੀਵੀ ਕਾਲ ਦਾ ਸੁੱਖ ਪ੍ਰਾਪਤ ਕਰ ਲਿਆ। ਹੁਣ ਗੁਰੂ ਸਵਾਰਿਓ, ਭਗਤ ਕਹਾਉਣਾ ਤੇ ਭਗਤ ਬਣਨਾ ਬੜਾ ਔਖਾ ਹੈ। ਗੁਰਮੁਖ ਕਹਾਉਣਾ ਤੇ ਗੁਰਮੁਖ ਬਣਨਾ ਬੜਾ ਔਖਾ ਹੈ। ਪੁੱਛੋ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੂੰ, ਭਗਤ ਦੀ ਪਰਿਭਾਸ਼ਾ ਸਤਿਗੁਰੂ ਸਮਝਾਉਂਦੇ ਨੇ, ਕਹਿੰਦੇ ਨੇ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਾ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਬਾਲੋ ਨਿੱਕੀ, ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਉਹਨਾਂ ਭਗਤਾਂ ਦੀ ਵੱਖਰੀ ਚਾਲ, ਖੰਡੇ ਨਾਲੋਂ ਤਿੱਖੀ, ਬਾਲ ਨਾਲੋਂ ਬਰੀਕ, ਇਹੋ ਜਿਹਾ ਮਾਰਗ। ਭਾਵ ਉਹ ਜਿਹੜਾ ਉਸ ਰਾਹ 'ਤੇ ਚੱਲਦੇ ਨੇ, ਜਿਸ ਰਾਹ 'ਤੇ ਚੱਲ ਕੇ ਉਹਨਾਂ ਨੂੰ ਫਿਰ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਉਹ ਭਗਤ ਜਨ ਜਿਹੜੇ ਉਸ ਮਾਲਕ ਨਾਲ ਬਿਲਕੁਲ ਇੱਕ ਹੁੰਦੇ ਨੇ,
ਉਹਨਾਂ ਪ੍ਰੇਮਾ ਭਗਤੀ ਕਰ। ਭਗਤ ਦੇ ਅਰਥ ਵਿਦਵਾਨਾਂ ਨੇ ਕੀਤੇ ਨੇ, ਜਿਹਦੇ ਅੰਦਰ ਪਰਮਾਤਮਾ ਦਾ ਭੈ ਹੋਵੇ। ਦੂਜਾ, ਜਿਹਦੇ ਅੰਦਰ ਗਿਆਨ ਹੋਵੇ, ਜਿਹਦੇ ਅੰਦਰੋਂ ਤ੍ਰਿਸ਼ਨਾ ਮੁੱਕ ਜਾਵੇ, ਭਗਤ, ਉਹਨੂੰ ਭਗਤ ਆਖਿਆ ਜਾਂਦਾ ਹੈ। ਜਾਂ ਇੰਝ ਕਹਿ ਲਈਏ, ਜਿਹਨੇ ਭੈ ਨੂੰ ਗਤ ਕੀਤਾ, ਮੌਤ ਦੇ ਡਰ ਨੂੰ ਆਪਣੇ ਮਨ ਵਿੱਚੋਂ ਮੁਕਾਇਆ ਹੋਇਆ ਏ, ਤੇ ਉਹਨੂੰ ਗੁਰੂ ਸਵਾਰੇ ਭਗਤ ਆਖਿਆ ਜਾਂਦਾ ਹੈ। ਤੇ ਰੱਬ ਦੇ ਪਿਆਰੇ ਭਗਤ ਜਨਾਂ ਨੂੰ ਸਦੀਵੀ ਕਾਲ ਦਾ ਸੁੱਖ ਹੈ। ਉਹ ਸੁੱਖ ਕਦੇ ਵੀ ਭੰਗ ਨਹੀਂ ਹੋ ਸਕਦਾ, ਚਾਹੇ ਉਹਨਾਂ ਨੂੰ ਗੁਰੂ ਸਵਾਰਿਓ ਜਿੰਨੇ ਮਰਜ਼ੀ ਕਸ਼ਟ ਦਿੱਤੇ ਜਾਣ। ਦੇਖੋ, ਪੁਰਾਤਨ ਮਹਾਂਪੁਰਖਾਂ ਦਾ ਜਾਂ ਰੱਬ ਦੇ ਭਗਤਾਂ ਦਾ ਆਪਾਂ ਜੀਵਨ ਪੜ੍ਹਦੇ ਹਾਂ, ਕਿੰਨੇ ਕਸ਼ਟ ਦਿੱਤੇ ਗਏ ਨੇ, ਪਰ ਆਨੰਦ ਵਿੱਚ ਰਹੇ। ਉਹਨਾਂ ਦਾ ਆਨੰਦ ਕਦੇ ਭੰਗ ਨਹੀਂ ਹੋਇਆ, ਕਿਉਂਕਿ ਇੱਕ ਮੂਲ ਲੱਗੇ, ਇੱਕ ਪਰਮੇਸ਼ਰ ਦੇ ਨਾਲ ਉਹ ਜੁੜੇ ਹੋਏ ਨੇ, ਇੱਕ ਮਿਕ ਹਨ। ਉਹਨਾਂ ਨੇ ਕਹਿੰਦੇ ਜਿਹੜੇ ਇੱਕ ਪਰਮੇਸ਼ਰ ਨਾਲ ਜੁੜੇ ਨੇ, ਉਹਨਾਂ ਨੇ ਸਦੀਵੀ ਕਾਲ ਦਾ ਸੁੱਖ ਪ੍ਰਾਪਤ ਕਰ ਲਿਆ। ਡਾਲੀ ਲਾਗੇ ਤਿੰਨੀ ਜਨਮ ਗਵਾਇਆ। ਡਾਲੀ ਕੀ ਹੈ? ਮਾਇਆ, ਮੈਕੀ ਪਦਾਰਥ। ਜਿਨ੍ਹਾਂ ਨੇ ਇੱਕ ਪਰਮੇਸ਼ਰ ਨੂੰ ਛੱਡ ਕੇ ਮੈਕੀ ਪਦਾਰਥਾਂ ਵਿੱਚ ਖਚਤ ਹੋ ਗਏ, ਇਹਦਾ ਮਤਲਬ ਇਹ ਨਹੀਂ ਕਿ ਮੈਕੀ ਪਦਾਰਥ ਆਪਾਂ ਕਤਰ ਨਹੀਂ ਕਰਨੇ। ਜਿਹਦੇ ਇਸ ਮਾਇਆ ਦੇ ਰਾਹੀਂ ਸਾਡੀਆਂ ਜਿਹੜੀਆਂ ਘਰੇਲੂ ਲੋੜਾਂ ਨੇ ਉਹ ਪੂਰੀਆਂ ਹੁੰਦੀਆਂ ਨੇ। ਮਾਇਆ ਸਾਡੀ ਗੁਜਰਾਨ ਹੈ। ਤੇ ਸਤਿਗੁਰੂ ਕਹਿੰਦੇ ਮਾਇਆ ਕਮਾਉਂਦਿਆਂ ਹੋਇਆਂ ਵੀ ਤੈਨੂੰ ਰੱਬ ਚੇਤੇ ਹੋਣਾ ਚਾਹੀਦਾ। ਬਸ ਇੰਨੀ ਗੱਲ ਯਾਦ ਰੱਖਣੀ ਹੈ, ਤੈਨੂੰ ਗੁਰੂ ਚੇਤੇ ਹੋਣਾ ਚਾਹੀਦਾ। ਜਿਸ ਦਿਨ ਤੈਨੂੰ ਮਾਇਆ ਕਮਾਉਂਦਿਆਂ ਹੋਇਆਂ ਤੇਰੇ ਕੋਲ ਚੰਗੇ ਚੋਖਾ ਧਨ ਤੇਰੇ ਹੱਥ ਲੱਗ ਗਏ ਆ, ਪਰ ਜੇ ਤੈਨੂੰ ਉਹ ਮਾਇਆ ਪ੍ਰਾਪਤ ਕਰ, ਗੁਰੂ ਭੁੱਲਦਾ, ਗੁਰੂ ਵਿਸਰਦਾ ਏ, ਤੇ ਸਮਝ ਲੈਣਾ ਫਿਰ ਇਹ ਤੇਰੇ ਲਈ ਜ਼ਹਿਰ ਹੈ। ਪਰ ਚੋਖਾ ਧਨ ਪ੍ਰਾਪਤ ਕਰਕੇ ਜੇ ਤੈਨੂੰ ਗੁਰੂ ਚੇਤੇ ਆਉਂਦਾ, ਪਰਮਾਤਮਾ ਚੇਤੇ ਆਉਂਦਾ ਏ ਕਿ ਹੇ ਵਾਹਿਗੁਰੂ ਤੇਰਾ ਸ਼ੁਕਰ ਹੈ, ਤੈ ਵਰਤਨ ਲਈ ਮੈਨੂੰ ਇਹ ਮਾਇਆ ਦੇਣਾ ਕੀਤੀ ਹੈ। ਵਾਹਿਗੁਰੂ ਤੇਰਾ ਧੰਨਵਾਦ ਹੈ, ਮੈਨੂੰ ਇਹ ਮਾਇਆ ਦਿੱਤੀ ਹੈ, ਪਰ ਕਿਤੇ ਇਹ ਨਾ ਹੋਵੇ ਇਸ ਮਾਇਆ ਵਿੱਚ ਗਲਤਾਨ ਹੋ ਕੇ ਮੈਂ ਤੈਨੂੰ ਭੁੱਲ ਜਾਵਾਂ। ਬਾਰ ਬਾਰ ਬੇਨਤੀਆਂ ਕਰਨੀਆਂ ਨੇ। ਜੋ ਬੇਨਤੀਆਂ ਕਰਾਂਗੇ ਤੇ ਸਤਿਗੁਰੂ ਜੀ ਨੇ ਮਾਇਆ ਵਿੱਚ ਰਹਿੰਦਿਆਂ ਮਾਇਆ ਤੋਂ ਉਪਰਾਮ ਕਰ ਦੇਣਾ ਆਪਣੇ ਆਪ ਹੀ। ਪਰ ਸਤਿਗੁਰੂ ਉਹਨਾਂ ਮਨਮੁੱਖਾਂ ਦੀ ਗੱਲ ਕਰਦੇ ਨੇ ਜਿਨ੍ਹਾਂ ਨੇ ਡਾਲੀ ਲਾਗੇ ਤਿੰਨੀ ਜਨਮ ਗਵਾਇਆ, ਮਾਇਆ ਦੇ ਵਿੱਚ ਗਲਤਾਨ ਹੋ ਗਏ, ਮਹਿਕੀ ਪਦਾਰਥਾਂ ਵਿੱਚ, ਤੇ ਆਪਣੇ ਮਨੁੱਖਾ ਜਨ ਨੂੰ ਵਿਅਰਥ ਗਵਾ ਲਿਆ। ਕਈ ਵਾਰੀ ਐਸਾ ਹੁੰਦਾ ਏ ਕਿ ਜਦੋਂ ਮਨੁੱਖ ਕੋਲ ਧਨ ਸੰਪਦਾ ਮੁੱਖ ਨੂੰ ਪ੍ਰਾਪਤ ਹੋ ਜਾਵੇ, ਰਾਜ ਭਾਗ ਦਾ ਮਾਲਕ ਬਣ ਜਾਵੇ, ਸਰਕਾਰੀ ਦਰਬਾਰ ਦੇ ਵਿੱਚ ਪਹੁੰਚ ਹੋਵੇ, ਤੇ ਮਨੁੱਖ ਫਿਰ ਹੰਕਾਰੀ ਹੋ ਜਾਂਦਾ। ਹੰਕਾਰੀ ਬਣ ਕੇ ਫਿਰ ਮਨੁੱਖ ਦੂਜਿਆਂ ਉੱਤੇ ਜ਼ੁਲਮ ਕਰਨ ਲੱਗ ਪੈਂਦਾ ਹੈ। ਜ਼ੁਲਮ ਦੀ ਹੱਦ ਤੱਕ ਵੱਧ ਜਾਂਦੀ ਹੈ ਕਿ ਫਿਰ ਉਹ ਮਨੁੱਖ ਜਿਹਨੂੰ ਪਦਵੀਆਂ ਪ੍ਰਾਪਤ ਹੋਈਆਂ, ਅਹੁਦੇ ਪ੍ਰਾਪਤ ਹੋਏ ਨੇ, ਕਰਤੇ ਵਾਹਿਗੁਰੂ ਨੂੰ ਵਿਸਾਰ ਦਿੰਦਾ ਤੇ ਮਨ ਦੀਆਂ ਮਰਜ਼ੀਆਂ ਕਰਕੇ ਆਪਣੀ ਪ੍ਰਜਾ ਨੂੰ ਦੁੱਖ ਦੇਣ ਲੱਗ ਪੈਂਦਾ ਹੈ। ਫਿਰ ਗੁਰੂ ਦੇ ਦਰਬਾਰ 'ਚ, ਪਰਮੇਸ਼ਰ ਦੇ ਦਰਬਾਰ 'ਚ ਇਹੋ ਜਿਹੇ ਲੋਕਾਂ ਨੂੰ ਸਜ਼ਾਵਾਂ ਮਿਲਦੀਆਂ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਸਾਹਿਬ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਬਾਰ ਸਜਿਆ। ਇੱਕ ਵੈਸ਼ਨਵ ਸੰਤ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੀ ਸਿਫਤ ਸਲਾਹ ਸੁਣ ਕੇ ਪਾਤਸ਼ਾਹ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਆਇਆ। ਜਦੋਂ ਸਾਹਿਬ ਦੇ ਦਰਸ਼ਨ ਦੀਦਾਰੇ ਕੀਤੇ, ਸਾਹਿਬ ਦੇ ਚਰਨਾਂ 'ਚ ਮੱਥਾ ਟੇਕਿਆ, ਕੀ ਦੇਖਦਾ? ਦਸ਼ਮੇਸ਼ ਪਿਤਾ ਮਹਾਰਾਜ ਦੇ ਇੱਕ ਕਰ ਕਮਲ ਉੱਤੇ ਬਾਜ ਬੈਠਾ ਹੋਇਆ ਹੈ। ਇੱਕ ਕਰ ਕਮਲ ਵਿੱਚ ਸਤਿਗੁਰੂ ਜੀ ਨੇ ਗਟਾਰ ਪਕੜੀ ਹੋਈ ਹੈ, ਤੇ ਬਾਜ ਮਾਸ ਨੋਚ ਨੋਚ ਕੇ ਗਟਾਰ ਦਾ ਮਾਸ ਖਾ ਰਿਹਾ। ਹੁਣ ਵੈਸ਼ਨਵ ਸੰਤ ਸੀ, ਮਨ 'ਚ ਗਿਲਾਨ ਪੈਦਾ ਹੋਈ, ਮਨ 'ਚ ਵਿਚਾਰਾਂ ਕਰਦਾ ਕਿ ਮਨਾ ਮੈਂ ਤਾਂ ਬੜੀ ਸ਼ਰਧਾ ਭਾਵਨਾ ਨਾਲ ਆਇਆ ਸੀ,
ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਸਤਿਗੁਰ ਦੀ ਉਸਤਤ ਸੁਣੀ ਸੀ, ਵਡਿਆਈ ਸੁਣੀ ਸੀ। ਪਰ ਇਹ ਤਾਂ ਇੰਝ ਇਹ ਸਤਿਗੁਰੂ ਤਾਂ ਨਿਰਦਈ ਹਨ, ਇਹਨਾਂ ਦੇ ਮਨ 'ਚ ਬਿਲਕੁਲ ਵੀ ਦਇਆ ਨਹੀਂ ਹੈ। ਜਿਉਂਦੀ ਗਟਾਰ ਨੂੰ ਪਕੜਿਆ ਹੋਇਆ ਤੇ ਆਵਾਜ਼ ਪਾਸੋਂ ਮਾਸ ਨੋਚ ਕੇ ਖਿਲਾਰਿਆ ਹੈ। ਇਹ ਗੁਰੂ ਕਿਹੋ ਜਿਹਾ? ਕਹਿੰਦੇ ਨੇ ਉਸ ਸਮੇਂ ਸ਼ੰਕਾ ਕੀਤੀ। ਸ਼ੰਕਾ ਕਰਨ ਉਪਰੰਤ ਦਰਬਾਰ ਦੇ ਵਿੱਚੋਂ ਉੱਠ ਕੇ ਜਾਣ ਲੱਗਿਆ। ਜੋ ਉੱਠ ਕੇ ਜਾਣ ਲੱਗਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੰਤਰਜਾਮੀ ਪਾਤਸ਼ਾਹ ਜੀ ਨੇ ਉਸੇ ਸਮੇਂ ਆਖਿਆ, ਕਹਿਣ ਲੱਗੇ, ਸੰਤ ਜੀ ਕਿੱਥੇ ਜਾ ਰਹੇ ਹੋ? ਕਹਿਣ ਲੱਗਿਆ, ਪਾਤਸ਼ਾਹ ਜੀ ਮੈਂ ਤੁਹਾਡੇ ਕੋਲ ਸ਼ਰਧਾ ਭਾਵਨ ਰੱਖ ਕੇ ਆਇਆ ਸੀ, ਪਰ ਤੁਸੀਂ ਤਾਂ ਜਿਉਂਦੀ ਗਟਾਰ ਨੂੰ ਬਾਜ ਪਾਸੋਂ ਖਵਾ ਰਹੇ ਹੋ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਤੈਨੂੰ ਇਹਦੇ ਪਿਛੋਕੜ ਦਾ ਪਤਾ? ਪਿਛੋਕੜ ਕੀ ਹੈ? ਨਹੀਂ ਸਤਿਗੁਰੂ ਮੈਨੂੰ ਕੁਝ ਨਹੀਂ ਪਤਾ। ਪਾਤਸ਼ਾਹ ਕਹਿਣ ਲੱਗੇ, ਸੁਣ ਧਿਆਨ, ਅਸੀਂ ਤੈਨੂੰ ਗਾਥਾ ਸੁਣਾਉਂਦੇ ਹਾਂ। ਪਿਛਲੇ ਜਨਮ ਦੇ ਵਿੱਚ ਜਿਹੜਾ ਇਹ ਬਾਜ ਹੈ ਇੱਕ ਜ਼ਿਮੀਦਾਰ ਸੀ। ਬਾਜ ਜ਼ਿਮੀਦਾਰ ਸੀ। ਜਿਹੜਾ ਇਹ ਗਟਾਰ ਬਣੀ ਹੋਈ ਹੈ ਇਹ ਸਰਕਾਰੀ ਅਹੁਦੇ ਦੇ ਉੱਤੇ ਸੀ, ਰਾਜੇ ਦਾ ਵਜ਼ੀਰ ਸੀ। ਤੇ ਇਹਨਾਂ ਦੀ ਆਪਸ ਦੇ ਵਿੱਚ ਬਣਦੀ ਨਹੀਂ ਸੀ। ਰਾਜੇ ਦੇ ਵਜ਼ੀਰ ਨੇ ਈਰਖਾ ਵਸ ਹੋ ਕੇ ਜ਼ਿਮੀਂਦਾਰ ਦੀ ਸਾਰੀ ਜਿਹੜੀ ਜ਼ਮੀਨ ਭੂਮੀ ਸੀ ਉਹ ਰਾਜੇ ਦੇ ਅਧੀਨ ਕਰਦੇ, ਸਭ ਕੁਝ ਖੋਣਾ ਕੀਤਾ, ਰਾਜੇ ਨੂੰ ਭਿਖਾਰੀ ਬਣਾ ਦਿੱਤਾ। ਰਾਜੇ ਨੇ ਆਪਣੇ ਸਾਕ ਸੰਬੰਧੀਆਂ, ਮਿੱਤਰਾਂ, ਦੋਸਤਾਂ ਦੀ ਮਦਦ ਲੈ ਕੇ, ਵਾਹਿਗੁਰੂ ਜ਼ਿਮੀਂਦਾਰ ਨੇ ਸਾਕ ਸੰਬੰਧੀਆਂ ਦੀ, ਰਿਸ਼ਤੇਦਾਰਾਂ ਦੀ ਮਦਦ ਲੈ ਕੇ ਨਵਾਂ ਪਿੰਡ ਵਸਾਇਆ। ਤੇ ਅੱਗੋਂ ਇਸ ਵਜ਼ੀਰ ਨੇ ਹੋਰ ਜ਼ਿਆਦਾ ਮਨ 'ਚ ਈਰਖਾ ਰੱਖੀ। ਕਹਿੰਦੇ ਉਹ ਪਿੰਡ ਵੀ ਰਾਜੇ ਨੂੰ ਕਹਿ ਕੇ ਅਧੀਨ ਕਰ ਲਿਆ ਤੇ ਜ਼ਿਮੀਂਦਾਰ ਨੂੰ ਉੱਥੋਂ ਦੇਸ਼ ਨਿਕਾਲ ਦਿੱਤਾ। ਤੇ ਜ਼ਿਮੀਂਦਾਰ ਨੇ ਅੱਗੇ ਕਰਜ਼ਾ ਚੁੱਕਿਆ ਤੇ ਹੋਰ ਭੂਮੀ ਲਈ ਤੀਜੀ ਥਾਂ ਤੇ ਜਾ ਕੇ ਆਪਣਾ ਨਗਰ ਵਸਾਣਾ ਕੀਤਾ। ਤੇ ਅੱਗੋਂ ਇਸ ਵਜ਼ੀਰ ਨੇ ਫਿਰ ਉਹ ਸਾਰੀ ਭੂਮੀ ਖੋਹ ਲਈ ਤੇ ਇਸ ਤਰ੍ਹਾਂ ਕ੍ਰੋਧ ਵਸ ਹੋ ਕੇ ਪਰਮਾਤਮਾ ਦੀ ਐਸੀ ਖੇਡ ਵਰਤੀ ਕਿ ਜ਼ਿਮੀਂਦਾਰ ਵੀ ਚੜ੍ਹਾਈ ਕਰ ਗਿਆ ਤੇ ਉਹ ਵਜ਼ੀਰ ਦੀ ਵੀ ਮੌਤ ਹੋ ਗਈ। ਜ਼ਿਮੀਂਦਾਰ ਮਰਿਆ, ਉਹ ਵਜ਼ੀਰ ਮਰਿਆ ਤੇ ਅੱਜ ਇੱਕ ਕਹਿੰਦੇ ਬਾਜ ਬਣ ਗਿਆ, ਇੱਕ ਗਟਾਰ ਬਣ ਗਈ। ਤੇ ਅੱਜ ਵੀ ਇਹਨਾਂ ਦਾ ਸੁਭਾਅ ਇਹੋ ਜਿਹਾ, ਇੱਕ ਦੂਜੇ ਦਾ ਮਾਸ ਨੋਚ ਕੇ ਖਾਣਾ ਚਾਹੁੰਦੇ ਨੇ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਪਰ ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਆ ਕੇ ਪਹੁੰਚੇ ਹਨ। ਜਿਹੜਾ ਗੁਰੂ ਨਾਨਕ ਦੇ ਦਰਬਾਰ ਵਿੱਚ ਆ ਕੇ ਪਹੁੰਚ ਜਾਂਦਾ ਹੈ, ਜਿਹਨੂੰ ਗੁਰੂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਹੋ ਜਾਂਦੀ ਹੈ। ਗੁਰੂ ਨਾਨਕ ਦਾ ਘਰ ਐਸਾ ਹੈ ਕਿ ਇਹਨੇ 3 ਜਨਮ ਧਾਰਨ ਕਰਨੇ ਸਨ। ਬਾਰ ਗਟਾਰ ਬਣਨਾ ਸੀ, ਬਾਰ ਫਿਰ ਇਹਨੇ ਬਾਜ ਬਣਨਾ, ਮਾਸ ਨੋਚ ਜੇ ਖਾਣਾ ਸੀ। ਕਹਿੰਦੇ ਗੁਰੂ ਨਾਨਕ ਦੇ ਘਰ ਵਿੱਚ ਆਣ ਕਰਕੇ ਅਸੀਂ ਇੱਕ ਜਨਮ ਵਿੱਚ ਹੀ ਦਾ ਸਭ ਕੁਝ ਭੁਗਤਾ ਰਹੇ ਹਾਂ। ਜਿਹੜੀਆਂ ਚੁੰਝਾਂ ਸਾਹਮਣੇ ਮਾਸ ਨੋਚ ਜੇ ਖਾ ਰਿਹਾ ਏ, ਕਹਿੰਦੇ ਅਸਲ ਵਿੱਚ ਜਿਹੜਾ ਪਿਛਲੇ ਅਗਲੇ ਜਨਮ ਜਿਹੜਾ ਖਾਣਾ ਸੀ ਉਹ ਸਾਰਾ ਇੱਥੇ ਭੁਗਤਾ ਰਹੇ ਹਾਂ। ਤੇ ਗੁਰੂ ਸਵਾਰਿਓ ਕਈ ਵਾਰੀ ਇਸ ਤਰ੍ਹਾਂ ਵੀ ਹੋ ਜਾਂਦਾ ਹੈ, ਲੇਖਾ ਜੋਖਾ ਸਤਿਗੁਰੂ ਜੀ ਆਪ ਸਮਝ ਲੈਂਦੇ ਨੇ। ਪਰ ਜਦੋਂ ਕਈ ਵਾਰੀ ਰਾਜ ਭਾਗ ਦੇ ਨਸ਼ੇ ਦੇ ਵਿੱਚ ਆ ਕੇ ਮਨੁੱਖ ਗਲਤ ਕੰਮ ਕਰਦਾ ਏ ਤੇ ਗਲਤ ਕਰਮ ਕਰਨ ਦੇ ਨਾਲ ਫਿਰ ਮਨੁੱਖ ਨੂੰ ਇਹੋ ਜਿਹੀਆਂ ਟੇਢੀਆਂ ਮੇਢੀਆਂ ਜੂਨਾਂ ਵਿੱਚ ਭੜਕਣਾ ਪੈਂਦਾ ਹੈ। ਇਹ ਗੱਲ ਯਾਦ ਰੱਖਿਓ, ਜੋ ਰਾਜ ਭਾਗ ਨੇ ਨਾ ਇਹ ਪਰਮੇਸ਼ਰ ਦਿੱਤੇ ਹੋਏ ਨੇ। ਪਰਮਾਤਮਾ ਚਾਹਵੇ ਛਿਣ ਮਾਤਰ ਰਾਜਾ ਬਣਾਉਂਦਾ, ਛਿਣ ਮਾਤਰ ਰਾਜੇ ਨੂੰ ਭਿਖਾਰੀ ਬਣਾ ਦਿੰਦਾ ਏ। ਇਹ ਪਰਮਾਤਮਾ ਦੀ ਖੇਡਾਂ ਨੇ।
ਪਰ ਰਾਜਾ ਹੋਵੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੈਸਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਿਚਰਦੇ ਹੋਏ ਜਾ ਰਹੇ, ਸ਼ਿਕਾਰ ਖੇਡਣ ਲਈ ਗਏ ਨੇ, ਵਾਪਸ ਆ ਰਹੇ ਹਨ। ਕਹਿੰਦੇ ਕੀ ਦੇਖਿਆ, ਇੱਕ ਮੁਸਲਮਾਨ ਫਕੀਰ ਦਾ ਡੇਰਾ ਹੈ। ਡੇਰੇ ਵਿੱਚ ਫਕੀਰ ਬੈਠਾ ਹੋਣਾ, ਆਪਣੀ ਨੀਵੀਂ ਪਾਈ ਹੋਈ ਹੈ ਤੇ ਉਹ ਰੋ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਕੋਲ ਗਏ, ਕਹਿਣ ਲੱਗੇ ਸੰਤ ਜੀ, ਪੀਰ ਜੀ ਤੁਸੀਂ ਉਦਾਸ ਕਿਉਂ ਹੋ? ਕਹਿਣ ਲੱਗੇ ਕੀ ਦੱਸਣਾ ਕਰਾਂ, ਇਸ ਦੇਸ਼ ਦਾ ਜਿਹੜਾ ਰਾਜਾ ਹੈ ਉਹ ਰਾਜਾ ਇੱਕ ਸਿੱਖ ਹੈ। ਮਹਾਰਾਜਾ ਰਣਜੀਤ ਸਿੰਘ ਦੇਖਣਾ ਨਹੀਂ ਕੀਤਾ, ਗੋਡਿਆਂ ਵਿੱਚ ਆਪਣਾ ਸਿਰ ਰੱਖਿਆ ਹੋਇਆ ਇਸ ਤਰ੍ਹਾਂ ਬੋਲ ਰਿਹਾ ਹੈ। ਕਹਿਣ ਲੱਗਿਆ ਦੇਸ਼ ਦਾ ਰਾਜਾ ਇੱਕ ਸਿੱਖ ਹੈ। ਤੇ ਮਹਾਰਾਜਾ ਰਣਜੀਤ ਸਿੰਘ ਬੋਲੇ, ਕਹਿਣ ਲੱਗੇ ਜੇ ਰਾਜਾ ਸਿੱਖ ਹੈ ਤੈਨੂੰ ਕੀ ਤਕਲੀਫ ਹੈ, ਕੀ ਦੁੱਖ ਹੈ? ਕਹਿਣ ਲੱਗਿਆ ਕਿ ਮੈਂ ਕੁਰਾਨ ਸ਼ਰੀਫ ਦਾ ਤਰਜਮਾ ਕੀਤਾ, ਟੀਕਾ ਕੀਤਾ। ਜੇ ਕਿਤੇ ਮੁਸਲਮਾਨ ਕੋਈ ਰਾਜਾ ਹੁੰਦਾ, ਬਾਦਸ਼ਾਹ ਹੁੰਦਾ, ਜਿੰਨੀਆਂ ਵੀ ਇੱਥੇ ਮਸਜਿਦਾਂ ਬਣੀਆਂ ਨੇ, ਮੈਂ ਸਾਰੇ ਹਿੰਦੁਸਤਾਨ ਦੀਆਂ ਮਸਜਿਦਾਂ ਦੇ ਵਿੱਚ ਇਸ ਕੁਰਾਨ ਸ਼ਰੀਫ ਦੇ ਟੀਕੇ ਕਰ ਕਰਕੇ ਭੇਜਣੇ ਸਨ। ਪਰ ਰਾਜਾ ਸਿੱਖ ਹੈ ਤੇ ਉਸ ਰਾਜੇ ਨੇ, ਉਸ ਬਾਦਸ਼ਾਹ ਨੇ ਇਹ ਕੰਮ ਨਹੀਂ ਕਰਨਾ। ਮੈਨੂੰ ਬੜਾ ਦੁੱਖ ਹੈ, ਅਫਸੋਸ ਹੈ ਕਿ ਮੈਂ ਇੰਨੀ ਮਿਹਨਤ ਵੀ ਕੀਤੀ ਹੈ ਤੇ ਮੇਰੀ ਮਿਹਨਤ ਸਾਰੀ ਵਿਅਰਥ ਜਾਵੇਗੀ। ਮਹਾਰਾਜਾ ਰਣਜੀਤ ਸਿੰਘ ਜੀ ਕਹਿਣ ਲੱਗੇ ਕਿ ਪੀਰ ਜੀ ਤੁਸੀਂ ਫਿਰ ਇਹ ਜਿਹੜੀ ਤੁਸੀਂ ਕੁਰਾਨ ਸ਼ਰੀਫ ਦਾ ਜਿਹੜਾ ਟੀਕਾ ਕੀਤਾ ਏ, ਇਹ ਮੈਨੂੰ ਦੇਣਾ ਕਰੋ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ 2 ਮਹੀਨਿਆਂ ਦੇ ਵਿੱਚ ਕੱਲੀ ਮਸਜਿਦ ਦੇ ਵਿੱਚ ਇਹਦਾ ਟੀਕਾ ਕਰਕੇ ਪਹੁੰਚਾ ਦਿੱਤਾ ਜਾਵੇਗਾ। ਜੋ ਉਸ ਫਕੀਰ ਨੇ, ਪੀਰ ਨੇ ਇਹ ਬੋਲ ਸੁਣੇ, ਆਪਣਾ ਜਿਹੜਾ ਸਿਰ ਹੈ ਗੋਡਿਆਂ ਵਿੱਚ ਚੁੱਕਿਆ ਤੇ ਪੀਰ ਸਾਹਮਣੇ ਕੀ ਦੇਖਦਾ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਖੁਦ ਆਏ ਨੇ ਤੇ ਹੱਥ ਜੋੜ ਕੇ ਬੇਨਤੀ ਕੀਤੀ। ਕਹਿਣ ਲੱਗਿਆ ਪਹਿਲਾਂ ਮੇਰੀ ਬੇਨਤੀ, ਮੈਂ ਤੁਹਾਨੂੰ ਕੁਰਾਨ ਸ਼ਰੀਫ ਜ਼ਰੂਰ ਦੇਵਾਂਗਾ, ਪਰ ਮੇਰੀ ਬੇਨਤੀ ਹੈ ਮੈਂ ਜਿਹੜੇ ਤੁਹਾਨੂੰ ਬੋਲ ਬੋਲੇ ਨਾ ਕਬੂਲ ਬੋਲ, ਉਹ ਮੈਂ ਵਾਪਸ ਲੈਣਾ ਚਾਹੁੰਦਾ ਹਾਂ। ਮੇਰੇ ਮਨ 'ਚ ਤਾਂ ਇਹ ਸੀ ਕਿ ਇਹ ਸਿੱਖ ਰਾਜਾ, ਸਿੱਖ ਬਾਦਸ਼ਾਹ ਹੈ, ਇਹਨਾਂ ਸਿੱਖਾਂ ਦੀ ਗੱਲ ਕਰਨੀ ਹੈ। ਪਰ ਨਹੀਂ, ਤੁਸੀਂ ਤਾਂ ਸਾਰਿਆਂ ਦੇ ਸਾਂਝੇ ਰਾਜੇ ਹੋ। ਤੁਸੀਂ ਮੁਸਲਮਾਨਾਂ ਦੇ ਵੀ ਹੋ, ਸਿੱਖਾਂ ਦੇ ਵੀ ਹੋ, ਹਿੰਦੂਆਂ ਦੇ ਵੀ ਹੋ। ਤੇ ਗੁਰੂ ਸਵਾਰੇ 2 ਮਹੀਨੇ ਦਾ ਸਮਾਂ ਲਿਆ। 2 ਮਹੀਨਿਆਂ ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਕੱਲੀ ਮਸਜਿਦ ਦੇ ਵਿੱਚ ਟੀਕਾ ਕਰਕੇ ਉਸ ਕੁਰਾਨ ਸ਼ਰੀਫ ਨੂੰ ਪਹੁੰਚਾਣਾ ਕੀਤਾ ਸੀ, ਉਹਦੇ ਉਤਾਰੇ ਕਰਕੇ। ਅੱਜ ਦੇ ਜਿਹੜੇ ਰਾਜੇ ਨੇ ਨਾ, ਇੱਕ ਮਜ਼ਹਬ ਦੇ ਲਈ ਹੀ ਉਹ ਗੱਲਾਂ ਬਾਤਾਂ ਕਰ ਰਹੇ ਨੇ। ਹਿੰਦੁਸਤਾਨ ਦੀ ਜਿਹੜੀ ਧਰਤੀ ਹੈ, ਭਾਰਤ ਦੇਸ਼ ਜਿਹੜਾ ਹੈ, ਇਹ ਸਾਰਿਆਂ ਦਾ ਸਾਂਝਾ ਏ। ਸਭ ਤੋਂ ਵੱਧ ਕੁਰਬਾਨੀਆਂ ਜੇਕਰ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਦਿੱਤੀਆਂ ਨੇ, ਉਹ ਸਿੱਖਾਂ ਨੇ ਦੇਣਾ ਕੀਤੀਆਂ ਨੇ। ਪਰ ਅੱਜ ਅਫਸੋਸ ਦੀ ਗੱਲ ਹੈ ਕਿ ਜੇਕਰ ਉਸ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ, ਲਾਲ ਕਿਲ੍ਹੇ ਉੱਤੇ ਅੱਜ ਤਿਰੰਗਾ ਝੂਲਦਾ ਹੈ, ਮਾਫ਼ ਕਰਨਾ, ਪਹਿਲਾਂ ਉੱਥੇ ਜੇਕਰ ਬਾਬਾ ਬਘੇਲ ਸਿੰਘ ਜੈਸੇ ਸੂਰਮੇ ਉੱਥੇ ਕੇਸ਼ਰੀ ਨਿਸ਼ਾਨ ਸਭ ਨਹੀਂ ਚੜ੍ਹਾਉਂਦੇ,
ਤੇ ਅੱਜ ਤਿਰੰਗੇ ਦਾ ਕੋਈ ਵਜੂਦ ਨਹੀਂ ਹੋਣਾ ਸੀ। ਇਹ ਸੱਚ ਹੈ। ਤਿਰੰਗਾ ਤਾਂ ਝੂਲ ਰਿਹਾ ਹੈ ਜੇਕਰ ਗੁਰੂ ਕੇ ਖਾਲਸੇ ਨੇ ਜਿੱਤ ਪ੍ਰਾਪਤ ਕੀਤੀ ਹੈ, ਉੱਥੇ ਕੇਸਰੀ ਨਿਸ਼ਾਨ ਝੁਲਾਏ ਨੇ, ਫਿਰ ਉੱਥੇ ਤਾਂ ਗੁਰੂ ਸਾਹਿਬ ਤਿਰੰਗਾ ਝੂਲ ਰਿਹਾ ਹੈ। ਸਾਡਾ ਧਾਰਮਿਕ ਚਿੰਨ੍ਹ ਹੈ, ਗੁਰੂ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਹੈ। ਤੇ ਜੇਕਰ ਗੁਰੂ ਸਵਾਰਿਓ ਇਹ ਨਿਸ਼ਾਨ ਸਾਹਿਬ ਚੜ੍ਹਾਇਆ ਗਿਆ ਤੇ ਇਹ ਲੋਕ ਫਿਰ ਅੱਤਵਾਦੀ ਕਹਿਣ ਲੱਗ ਪਏ ਤੇ ਆਪਣੇ ਦੇਸ਼ ਦੇ ਲੋਕਾਂ ਨੂੰ ਇਸ ਤਰ੍ਹਾਂ ਆਖ ਰਹੇ ਹਨ, ਇਹ ਬਹੁਤ ਗਲਤ ਹੈ। ਤੇ ਸਤਿਗੁਰੂ ਮਹਾਰਾਜ ਨੇ, ਜੇ ਆਪਾਂ ਗੱਲ ਕਰੀਏ ਗੁਰੂ ਪਾਤਸ਼ਾਹ ਜੀ ਨੇ, ਜੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਹੁੰਦੇ, ਗੁਰੂ ਪਾਤਸ਼ਾਹ ਨਾ ਸੰਸਾਰ ਵਿੱਚ ਆਉਂਦੇ, ਤੇ ਅੱਜ ਸੰਸਾਰ ਦੀ ਹਾਲਤ ਐਸੀ ਹੋਣੀ ਸੀ। ਜਿਹੜੇ ਇੱਕ ਮਜ਼ਹਬ ਦੀ ਗੱਲ ਕਰਦੇ ਨੇ ਤੇ ਥਾਵਾਂ ਥਾਵਾਂ ਤੇ ਅੱਲਾਹੂ ਅਕਬਰ ਦੇ ਜਾਂ ਅਲੀ ਦੇ ਨਾਅਰੇ ਲੱਗਣੇ ਸਨ। ਇਹ ਗੁਰੂ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਹੈ ਕਿ ਸਾਰਿਆਂ ਨੂੰ ਸਾਂਝਾ ਸਤਿਕਾਰ ਦੇਣਾ ਕੀਤਾ। ਹਿੰਦੂਆਂ ਦਾ ਵੀ ਸਤਿਕਾਰ ਕੀਤਾ, ਮੁਸਲਮਾਨਾਂ ਦਾ ਵੀ ਸਤਿਕਾਰ ਕੀਤਾ ਏ। ਹਰ ਇੱਕ ਨੂੰ ਗੁਰੂ ਸਾਹਿਬ ਵਡਿਆਈ ਦੇਣਾ ਕੀਤੀ ਹੈ। ਤੇ ਰਾਜਾ ਮਹਾਰਾਜਾ ਰਣਜੀਤ ਸਿੰਘ ਜੈਸਾ, ਜਿਹਨੇ ਸਾਰੇ ਧਰਮਾਂ ਦਾ ਸਤਿਕਾਰ ਕੀਤਾ, ਕਿਸੇ ਨਾਲ ਵੀ ਨਾਇਨਸਾਫੀ ਨਹੀਂ ਕੀਤੀ। ਹਰ ਇੱਕ ਦੀ ਜਦੋਂ ਲੋੜ ਪਈ ਹੈ, ਜੇਕਰ ਆਪਾਂ ਗੱਲ ਕਰੀਏ ਗੁਰਧਾਮਾਂ ਦੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲਈ ਜੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸੋਨੇ ਦੀ ਸੇਵਾ ਕੀਤੀ ਹੈ, ਸੋਨਾ ਲਗਾਣਾ ਕੀਤਾ ਗੁਰੂ ਰਾਮਦਾਸ ਪਾਦ ਦਰਬਾਰ ਨੂੰ, ਤੇ ਗੁਰੂ ਸਾਹਿਬ ਬਹੁਤ ਸਾਰੇ ਮੰਦਰਾਂ ਨੂੰ ਵੀ, ਬਹੁਤ ਸਾਰੀਆਂ ਮਸਜਿਦਾਂ ਨੂੰ ਵੀ ਸ਼ੇਰੇ ਪੰਜਾਬ ਮਹਾਰਾਜ ਜੀ ਨੇ ਚੋਖਾ ਧਨ ਦੇਣਾ ਕੀਤਾ ਸੀ। ਫਰਕ ਨਹੀਂ ਕੀਤਾ ਕਿਸੇ ਨਾਲ। ਤੇ ਸਤਿਗੁਰੂ ਮਹਾਰਾਜ ਇੱਥੇ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਭਾਈ ਜਿਹੜੇ ਉਸ ਪਰਮੇਸ਼ਰ ਨੂੰ ਚੇਤੇ ਕਰਦੇ ਨੇ, ਜਿਹੜੇ ਇੱਕ ਪਰਮੇਸ਼ਰ ਨਾਲ ਜੁੜੇ ਹੋਏ ਹਨ, ਉਹਨਾਂ ਨੇ ਤਾਂ ਸਦੀਵੀ ਕਾਲ ਦਾ ਸੁੱਖ ਪ੍ਰਾਪਤ ਕਰ ਲਿਆ। ਪਰ ਇੱਕ ਡਾਲੀ ਲਾਗੇ ਤਿੰਨੀ ਜਨਮ ਗਵਾਇਆ। ਜਿਹੜੇ ਪਰਮੇਸ਼ਰ ਨੂੰ ਛੱਡ ਕੇ ਮਹਿਕੀ ਪਦਾਰਥਾਂ ਵਿੱਚ ਲੱਗੇ, ਮਾਇਆ ਦੇ ਵਿੱਚ ਹੀ ਗਲਤਾਨ ਹੋ ਗਏ, ਪਰਮੇਸ਼ਰ ਦਾ ਕਦੇ ਧੰਨਵਾਦ ਨਹੀਂ ਕੀਤਾ, ਸ਼ੁਕਰ ਨਹੀਂ ਕੀਤਾ ਹੈ। ਇਹੋ ਜਿਹੇ ਲੋਕਾਂ ਨੇ ਕਹਿੰਦੇ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲਿਆ ਹੈ। ਅੰਮ੍ਰਿਤ ਫਲ ਤਿਨ ਜਨ ਕੋ ਲਾਗੇ, ਜੋ ਬੋਲਹਿ ਅੰਮ੍ਰਿਤ ਬਾਤਾ ਹੈ। ਅੰਮ੍ਰਿਤ ਫਲ, ਅੰਮ੍ਰਿਤ ਫਲ ਤਿਨ ਜਨ ਕੋ ਲਾਗੇ, ਜੋ ਬੋਲਹਿ ਅੰਮ੍ਰਿਤ ਬਾਤਾ ਹੈ। ਕਹਿੰਦੇ ਅੰਮ੍ਰਿਤ ਫਲ ਉਹਨਾਂ ਜਨ ਪਿਆਰਿਆਂ ਨੂੰ ਲੱਗਦੇ ਨੇ ਜਿਹੜੇ ਆਪਣੇ ਮੁੱਖੋਂ ਬੋਲੇ ਸਿਫਤ ਸਲਾਹ ਦੀਆਂ ਬਾਤਾਂ, ਗੱਲਾਂ ਬਾਤਾਂ ਬੋਲਦੇ ਨੇ, ਮਿੱਠੇ ਬੋਲ ਬੋਲਦੇ ਹਨ, ਪਰਮਾਤਮਾ ਦੀ ਉਸਤਤ ਵਿੱਚ ਬੋਲ ਬੋਲਦੇ ਨੇ। ਉਹਨਾਂ ਦੇ ਅੰਦਰ ਫਿਰ ਨਾਮ ਅੰਮ੍ਰਿਤ ਘਰ ਕਰਦਾ ਹੈ। ਉਹਨਾਂ ਨੂੰ ਮਾਨੋ ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ, ਇਹ ਫਲ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਨੇ। ਦੇਖੋ ਆਸਾ ਕੀ ਵਾਰ ਆਪਾਂ ਪੜ੍ਹਦੇ ਹਾਂ, ਆਸਾ ਕੀ ਵਾਰ ਵੀ ਸਤਿਗੁਰੂ ਜੀ ਬਚਨ ਕਰਦੇ ਨੇ, ਸਿਮਲ ਦੇ ਦਰੱਖਤ ਦੀ ਉਦਾਹਰਣ ਦੇ ਕੇ ਸਮਝਾਉਂਦੇ ਨੇ। ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵਹਿ ਆਸ ਕਰ ਜਾਏ ਨਿਰਾਸੇ ਕਿਤ, ਫਲ ਫਿੱਕੇ ਫੁੱਲ ਵਕ ਵਕੇ ਕੰਮ ਨ ਆਵਹਿ ਪਤ, ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਸਿਮਲ ਦਾ ਦਰੱਖਤ ਮੋਟਾ ਹੁੰਦਾ ਹੈ, ਪਰ ਕਹਿੰਦੇ ਉਹਦੇ ਵਿੱਚ ਜਿਹੜੇ ਪੰਛੀ ਨੇ, ਪੰਛੀ ਉਡਾਰੀ ਮਾਰ ਕੇ ਆਉਂਦੇ ਨੇ, ਉਸ ਦਰੱਖਤ ਉੱਤੇ ਜਾ ਕੇ ਬੈਠਦੇ ਹਨ ਤੇ ਉਹਦੇ ਫਲ ਲੱਗੇ ਹੁੰਦੇ ਨੇ। ਜਦੋਂ ਫਲ ਨੂੰ ਚੁੰਝ ਮਾਰਦੇ ਨੇ ਤੇ ਉਹਦਾ ਫਲ ਜਿਹੜਾ ਹੈ ਬਕ ਬਕਾ ਹੁੰਦਾ ਹੈ, ਬੇਸੁਆਦਾ।
ਕਹਿੰਦੇ ਨੇ ਓਏ ਜੇ ਆਵੈ ਆਸ ਕਰ ਜਾਏ ਨਿਰਾਸੇ ਕਿਤ। ਆਸ ਰੱਖ ਕੇ ਆਏ ਸੀ ਕਿ ਇਹਨੂੰ ਫਲ ਨੂੰ ਖਾ ਕੇ ਸਾਨੂੰ ਅੰਮ੍ਰਿਤ ਮਿਲੇਗਾ, ਸਾਡੀ ਭੁੱਖ ਮਿਟ ਜਾਵੇਗੀ, ਪਰ ਜਦੋਂ ਚੁੰਝ ਭਰਦੇ ਨੇ ਤੇ ਗੁਰੂ ਸਾਰੇ ਨਿਰਾਸ਼ ਹੋ ਜਾਂਦੇ ਹਨ ਕਿ ਬੇਸਵਾਦਾ ਹੈ, ਇਹ ਕਿਸੇ ਕੰਮ ਦਾ ਨਹੀਂ ਹੈ, ਤੇ ਉਡਾਰੀ ਮਾਰ ਕੇ ਪੰਛੀ ਉੱਥੋਂ ਚਲੇ ਜਾਂਦੇ ਨੇ। ਸਤਿਗੁਰੂ ਕਹਿੰਦੇ ਨੇ ਇਸੇ ਤਰ੍ਹਾਂ ਹੀ ਧਾਰਮਿਕ ਲਿਬਾਸ ਪਹਿਨਿਆ ਹੋਵੇ, ਧਾਰਮਿਕ ਦੁਨੀਆ ਵਿੱਚ ਬੜਾ ਸਤਿਕਾਰ ਹੋਵੇ, ਲੋਕ ਆਸ ਰੱਖ ਕੇ, ਸੰਗਤਾਂ ਆਸ ਰੱਖ ਕੇ ਆਉਂਦੀਆਂ ਨੇ ਕਿ ਇੱਥੋਂ ਸਾਨੂੰ ਕੁਝ ਨਾ ਕੁਝ ਪ੍ਰਾਪਤ ਹੋਵੇਗਾ। ਪਰ ਮਾਫ ਕਰਨਾ, ਜੇਕਰ ਗੁਰੂ ਸਵਾਰੇ ਕੇਵਲ ਲਿਬਾਸ ਹੀ ਸਾਡੇ ਕੋਲ ਨਾ, ਤੇ ਸਾਡੀ ਹਾਲਤ ਫਿਰ ਸੰਭਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ ਵਾਲੀ ਹੈ। ਜੇ ਸਾਡੇ ਕੋਲ ਸਿਮਰਨ ਭਜਨ ਬੰਦਗੀ ਹੈ, ਕਰਤੇ ਨਾਲ ਜੁੜੇ ਹੋਏ ਹਾਂ, ਸਾਡੀ ਜਿਹੜੀ ਬੋਲੀ ਸ਼ੈਲੀ ਹੈ ਉਹ ਮਿੱਠ ਬੋਲੜੀ ਹੈ, ਫਿਰ ਗੁਰੂ ਸਵਾਰੇ ਗੁਰੂ ਦੇ ਦਰ ਤੋਂ ਜਿਹੜੇ ਆਸ ਗੁਰੂ ਦਰ ਤੇ ਆਸ ਰੱਖ ਕੇ ਆਉਂਦੇ ਨੇ ਉਹ ਕਦੇ ਨਿਰਾਸ਼ੇ ਨਹੀਂ ਜਾਂਦੇ ਹਨ। ਸਤਿਗੁਰੂ ਕਹਿੰਦੇ ਤੂੰ ਆਪਣੇ ਮਨ ਵਿੱਚ ਮਿਠਾਸ ਪੈਦਾ ਕਰਨਾ ਕਰ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸਵਾਲ ਕੀਤਾ ਗਿਆ ਕਿ ਸਤਿਗੁਰੂ ਤੁਹਾਡੇ ਸਿੱਖ ਕਿਹੋ ਜਿਹੇ ਨੇ, ਸਿੱਖਾਂ ਵਿੱਚ ਕਿਹੜੇ ਕਿਹੜੇ ਗੁਣ ਨੇ? ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਮੇਰੇ ਸਿੱਖ 'ਚ 3 ਗੁਣ ਨੇ। ਪਾਤਸ਼ਾਹ ਕਿਹੜੇ ਕਿਹੜੇ? ਕਹਿੰਦੇ ਰਫਤਾਰ, ਗਫਤਾਰ ਤੇ ਦਸਤਾਰ। ਸਤਿਗੁਰੂ ਕਿਰਪਾ ਕਰਕੇ ਸਮਝਾਵੋ ਰਫਤਾਰ, ਗਫਤਾਰ, ਦਸਤਾਰ। ਕਹਿੰਦੇ ਜਦੋਂ ਮੇਰਾ ਸਿੱਖ ਰਫਤਾਰ ਤੋਂ ਉਦਮੀ ਹੋਵੇ, ਮੇਰਾ ਸਿੱਖ ਆਲਸੀ ਨਾ ਹੋਵੇ, ਅੰਮ੍ਰਿਤ ਵੇਲੇ ਉੱਠਣ ਦਾ ਸਮਾਂ ਹੋਵੇ, ਸਿੱਖ ਰਜਾਈ ਨੂੰ ਪਰੇ ਭਗਾ ਕੇ ਸੁੱਟੇ ਤੇ ਉਸੇ ਸਮੇਂ ਹੀ ਤਿਆਰ ਵਰਤਿਆ ਇਸ਼ਨਾਨ ਇਤਿਆਦਿ ਕਰਕੇ ਚੌਂਕੜਾ ਮਾਰ ਕੇ ਸਿਫਤ ਸਲਾਹ 'ਚ ਲੱਗ ਜਾਵੇ। ਦੁਨਿਆਵੀ ਕਾਰ ਵਿਹਾਰ ਕਰਨਾ, ਉਦੋਂ ਵੀ ਆਲਸ ਨਹੀਂ ਆਣ ਦੇਣਾ, ਮਿਹਨਤ ਮੁਸ਼ੱਕਤ ਕਰਨੀ ਹੈ। ਪਹਿਲਾ ਗੁਣ ਮੇਰੇ ਸਿੱਖ 'ਚ ਰਫਤਾਰ, ਤੇ ਸਿੱਖ ਮੇਰਾ ਆਲਸੀ ਨਾ ਹੋਵੇ। ਤੇ ਦੂਜਾ ਹੈ ਗਫਤਾਰ, ਤੇ ਪਾਤਸ਼ਾਹ ਕਹਿੰਦੇ ਸਿੱਖ ਕਹਿੰਦੇ ਮਿੱਠੇ ਸੁਭਾਅ ਵਾਲਾ ਹੋਵੇ, ਖੜਵੇ ਬੋਲ ਨਾ ਬੋਲੇ। ਉਹ ਬੋਲ ਨਾ ਬੋਲੇ ਜਿਹੜੇ ਬੋਲਾਂ ਨੂੰ ਸੁਣਨ ਦੇ ਨਾਲ ਦੂਜੇ ਦਾ ਹਿਰਦਾ ਦੁੱਖ ਜਾਵੇ। ਤੇ ਪਰਮਾਤਮਾ ਦੇ ਪਿਆਰੇ ਜਿਹੜੇ ਨੇ ਉਹ ਮਿੱਠੇ ਬੋਲ ਬੋਲਦੇ ਨੇ। ਜੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੋ ਸੰਭਲ ਥੱਕੀ ਜੀ ਕਦੇ ਨਾ ਬੋਲੇ ਕੌੜਾ। ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ, ਔਗਣ ਕੋ ਨਾ ਚਿਤਾਰੇ। ਜੇ ਪਰਮੇਸ਼ਰ ਮਿੱਠ ਬੋਲੜਾ ਹੈ, ਇਸੇ ਤਰ੍ਹਾਂ ਪ੍ਰਭੂ ਦੇ ਪਿਆਰੇ ਗੁਰੂ ਦੇ ਸਿੱਖ ਉਹ ਵੀ ਮਿੱਠ ਬੋਲੜੇ ਹੋਣੇ ਚਾਹੀਦੇ ਨੇ। ਦੂਜਾ ਗੁਣ ਕਹਿੰਦੇ ਨੇ ਗਫਤਾਰ, ਮੇਰੇ ਸਿੱਖ ਨੂੰ ਗੱਲਬਾਤ ਕਰਨ ਦਾ ਲਿਹਾਜ਼ਾ ਹੋਵੇ, ਮੇਰਾ ਸਿੱਖ ਵਧੀਆ ਤਰੀਕੇ ਦੇ ਨਾਲ ਆਏਗੀ ਨਾਲ ਗੱਲਬਾਤ ਕਰੇ। ਤੇ ਤੀਜਾ ਜਿਹੜਾ ਹੈ ਸਤਿਗੁਰੂ ਨੇ ਆਖਿਆ ਦਸਤਾਰ, ਮੇਰੇ ਸਿੱਖ ਦੇ ਸਿਰ ਉੱਤੇ ਦਸਤਾਰ ਹੋਣੀ ਚਾਹੀਦੀ ਹੈ। ਸਿੱਖ ਉਹ ਹੈ ਜਿਹੜਾ ਸੀਸ ਉੱਤੇ ਦਸਤਾਰ ਸਜਾਉਂਦਾ। ਤੇ ਮਾਫ ਕਰਨਾ, ਕਿਉਂਕਿ ਉਦੋਂ ਸਮਾਂ ਸੀ ਜਹਾਂਗੀਰ ਬਾਦਸ਼ਾਹ ਕਹਿੰਦਾ ਸੀ ਕਿ ਅਸੀਂ ਕੋਈ ਹਿੰਦੂ ਜਿਹੜਾ ਹੈ ਆਪਣੇ ਸੀਸ ਉੱਤੇ ਦਸਤਾਰ ਨਹੀਂ ਸਜਾ ਸਕਦਾ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਮੈਂ ਦਸਤਾਰ ਸਜਾਵਾਂਗਾ ਤੇ ਮੇਰੇ ਸਿੱਖ ਵੀ ਦਸਤਾਰ ਸਜਾਣਗੇ। ਅੱਜ ਤੋਂ ਬਾਅਦ ਮੇਰਾ ਸਿੱਖ ਦਸਤਾਰਧਾਰੀ ਹੋਵੇਗਾ। ਤੇ ਇਹ 3 ਗੁਣ ਪਾਤਸ਼ਾਹ ਨੇ ਬਖਸ਼ਿਸ਼ ਕੀਤੇ ਨੇ, ਸਾਬਤ ਸੂਰਤ ਦਸਤਾਰ ਸਿਰਾ। ਤੇ ਮਾਫ ਕਰਨਾ, ਅੱਜ ਸਾਡੇ ਸਿਰ ਉੱਤੋਂ ਦਸਤਾਰਾਂ ਵੀ ਚਲੀਆਂ ਗਈਆਂ ਨੇ, ਸਾਡੇ ਕੇਸ ਵੀ ਗੁਰੂ ਸਾਰੇ ਜਿਹੜੇ ਕਤਲ ਆਪਾਂ ਸਾਡੇ ਬੱਚੇ ਕਰਾਉਂਦੇ ਫਿਰਦੇ ਨੇ, ਜਿਹੜਾ ਬਹੁਤ ਵੱਡਾ ਆਪਾਂ ਗੁਨਾਹ ਕਰ ਰਹੇ ਹਾਂ। ਤੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਸ਼ੀਆਂ ਲੈਣੀਆਂ ਨੇ ਤੇ ਸਾਨੂੰ ਸਤਿਗੁਰੂ ਮਹਾਰਾਜ ਦੇ ਹੁਕਮ ਦੀ ਪਾਲਣਾ ਕਰਨੀ ਪਵੇਗੀ। ਇਸ ਕਰਕੇ ਇਹ 3 ਗੁਣ ਜਿਹਦੇ ਵਿੱਚ ਨੇ ਉਹ ਸਤਿਗੁਰੂ ਕਹਿੰਦੇ ਮੇਰਾ ਸਿੱਖ ਹੈ।
ਤੇ ਇੱਥੇ ਪਾਤਸ਼ਾਹ ਜੀ ਹੀ ਬਚਨ ਕਰਦੇ ਹਨ, ਕਹਿੰਦੇ ਭਾਈ ਜਿਹੜੇ ਉਸ ਮਾਲਕ ਦੇ ਗੁਣਾਂ ਦਾ ਗਾਇਨ ਕਰਦੇ ਹਨ, ਕਹਿੰਦੇ ਉਹਨਾਂ ਨੂੰ ਫਿਰ ਅੰਮ੍ਰਿਤ ਫਲ ਤਿੰਨ ਜਨ ਕੋ ਲਾਗੇ, ਜੋ ਬੋਲਹਿ ਅੰਮ੍ਰਿਤ ਬਾਤਾਂ ਹੈ। ਜਿਹੜੇ ਆਪਣੇ ਮੁਖੋਂ ਅੰਮ੍ਰਿਤਮਈ ਮਿੱਠੇ ਬੋਲ ਬੋਲਦੇ ਨੇ, ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ, ਵਡਿਆਈ ਕਰਦੇ ਹਨ, ਉਹਨਾਂ ਜਨ ਪਿਆਰਿਆਂ ਨੂੰ ਫਿਰ ਨਾਮ ਰੂਪੀ ਅੰਮ੍ਰਿਤ ਦੇ ਫਲ ਲੱਗ ਜਾਂਦੇ ਨੇ। ਉਹ ਸਿਫਤ ਸਲਾਹ ਕਰਦੇ ਨੇ ਉਸ ਮਾਲਕ ਦੀ, ਉਹਨਾਂ ਦੇ ਜੀਵਨ 'ਚ ਨਾਮ ਅੰਮ੍ਰਿਤ ਜਿਹੜਾ ਹੈ ਅੰਤःਕਰਣ 'ਚ ਐਸਾ ਨੱਕਾਂ ਨੱਕ ਭਰ ਜਾਂਦਾ ਹੈ ਕਿ ਉਹ ਆਨੰਦ ਦੇ ਵਿੱਚ ਹੀ ਆਪਣੇ ਜੀਵਨ ਨੂੰ ਫਿਰ ਬਤੀਤ ਕਰਦੇ ਹਨ। ਇਸ ਕਰਕੇ ਅੰਮ੍ਰਿਤ ਰੂਪੀ ਬੋਲ ਜਿਹੜੇ ਨੇ, ਅੰਮ੍ਰਿਤ ਕੀ ਹੈ? ਸਤਿਗੁਰਾਂ ਦੀ ਬਾਣੀ। ਅੰਮ੍ਰਿਤ ਕੀ ਹੈ? ਗੁਰਮੰਤਰ, ਮੂਲ ਮੰਤਰ। ਜਿੰਨਾ ਆਪਾਂ ਅਭਿਆਸ ਕਰਾਂਗੇ ਤੇ ਸਾਡਾ ਜੀਵਨ ਅੰਮ੍ਰਿਤ ਬਣਦਾ ਜਾਵੇਗਾ। ਜਿੰਨਾ ਆਪਾਂ ਬਾਣੀ ਤੋਂ ਦੂਰ ਹੋਵਾਂਗੇ ਤੇ ਉਨਾ ਹੀ ਬੇਸ਼ੱਕ ਸਾਡੇ ਕੋਲ 36 ਪ੍ਰਕਾਰ ਦੇ ਖਾਣ ਲਈ ਪਦਾਰਥ ਹੋਣ, ਪਹਿਨਣ ਲਈ ਵਧੀਆ ਵਧੀਆ ਵਸਤਰ ਹੋਣ, ਸੋਹਣੀਆਂ ਸੋਹਣੀਆਂ ਗੱਡੀਆਂ ਹੋਣ, ਵਧੀਆ ਵਧੀਆ ਕੋਠੀਆਂ ਵਿੱਚ ਰਹਿੰਦਾ ਹੋਵੇ, ਸਾਰੀਆਂ ਸੁੱਖ ਸਹੂਲਤਾਂ ਹੋਣ, ਤੇ ਮਾਫ਼ ਕਰਨਾ ਜੇ ਸਤਿਗੁਰ ਦੀ ਬਾਣੀ ਨਹੀਂ ਤੇ ਸਤਿਗੁਰੂ ਕਹਿੰਦੇ ਨੇ ਫਿਰ ਤੇਰੇ ਕੋਲ ਅੰਮ੍ਰਿਤ ਨਹੀਂ ਹੈ। ਇਹ ਜ਼ਰੂਰੀ ਹੈ। ਗੁਰਸਿੱਖ ਦੀ ਜਿਹੜੀ ਸ਼ੁਰੂਆਤ ਹੈ ਨਾ, ਸਵੇਰੇ ਉੱਠਦਿਆਂ ਸਾਰ ਅੰਮ੍ਰਿਤ ਉੱਠੇ, ਮੂਲ ਮੰਤਰ ਗੁਰਮੰਤਰ ਤੋਂ ਪ੍ਰਾਰੰਭ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਨਿੱਤ ਦਾ ਨਿਯਮ ਜੋ ਸਾਡਾ ਹੈ, ਤੇ ਉਹ ਨਿੱਤ ਦਾ ਨਿਯਮ ਆਪਾਂ ਨਿਭਾਉਣਾ ਹੈ ਜੋ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਇਹ ਸਿੱਖ ਦੇ ਜੀਵਨ ਦੀ ਸ਼ੁਰੂਆਤ ਹੈ। ਜਪਜੀ ਸਾਹਿਬ ਤੋਂ ਪ੍ਰਾਰੰਭ ਹੋਵੇ ਤੇ ਸੋਣ ਸੋਹਲਾ ਸਾਹਿਬ ਤੱਕ ਸਿੱਖ ਦੇ ਜੀਵਨ ਦੀ ਸਮਾਪਤੀ ਔਰ ਦਿਨ ਦੀ ਸਮਾਪਤੀ ਹੋਵੇ। ਇਸ ਤਰ੍ਹਾਂ ਆਪਣੇ ਜੀਵਨ ਦਾ ਨਿਰਵਾਹ ਨਿੱਤਾ ਪ੍ਰਤੀ ਕਰਨਾ ਹੈ। ਫਿਰ ਗੁਰੂ ਦੀਆਂ ਸਾਨੂੰ ਖੁਸ਼ੀਆਂ ਪ੍ਰਾਪਤ ਹੋਣਗੀਆਂ। ਤਾਂ ਸਤਿਗੁਰੂ ਕਹਿੰਦੇ ਉਹਨਾਂ ਨੂੰ ਕਹਿੰਦੇ ਅੰਮ੍ਰਿਤ ਰੂਪੀ ਫਲ ਲੱਗਦੇ, ਉਹਨਾਂ ਜਨ ਪਿਆਰਿਆਂ ਨੂੰ ਜਿਹੜੇ ਆਪਣੇ ਮੁੱਖੋਂ ਮਿੱਠੇ ਬੋਲ ਬੋਲਦੇ ਹਨ, ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ। ਹਮ ਗੁਣ ਨਾਹੀ ਕਿਆ ਬੋਲਹਿ ਬੋਲ, ਤੂੰ ਸਭਨਾ ਦੇਖਹਿ ਤੋਲਹਿ ਤੋਲ। ਅਗਲੀ ਪੰਗਤੀ 'ਚ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਬੇਨਤੀ ਕਰਨ ਦਾ ਤਰੀਕਾ ਦੱਸਦੇ ਨੇ। ਕਹਿੰਦੇ ਭਾਈ ਪਰਮੇਸ਼ਰ ਦੇ ਸਨਮੁਖ ਇੰਝ ਆਖਣਾ ਕਰੋ ਕਿ ਪਰਮਾਤਮਾ ਹਮ ਗੁਣ ਨਾਹੀ, ਸਾਡੇ ਵਿੱਚ ਕੋਈ ਗੁਣ ਹੀ ਨਹੀਂ ਹੈ। ਕਿਆ ਬੋਲੈ ਬੋਲ, ਫਿਰ ਅਸੀਂ ਜਦੋਂ ਸਾਡੇ ਕੋਲ ਕੋਈ ਗੁਣ ਹੀ ਨਹੀਂ ਹੈ, ਅਸੀਂ ਆਪ ਜੀ ਦੇ ਮਿੱਠੜੇ ਬੋਲ ਕਿਵੇਂ ਬੋਲ ਸਕਦੇ ਹਾਂ? ਕਿਵੇਂ ਅਸੀਂ ਆਪ ਜੀ ਸਿਫਤ ਸਲਾਹ ਕਰ ਸਕਦੇ ਹਾਂ ਜੋ ਸਾਡੇ ਕੋਲ ਸਿੱਖਿਆ ਹੀ ਨਹੀਂ ਹੈ? ਤੂੰ ਸਭਨਾ ਦੇਖੈ ਤੋਲੈ ਤੋ, ਤੂੰ ਸਾਰਿਆਂ ਨੂੰ ਦੇਖ ਰਿਹਾ, ਤੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਕੀਤੇ ਉਹ ਜੋ ਜੀਵ ਕਰਮ ਕਰਦਾ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਤੋਲ ਲੈਂਦਾ, ਪਰਖ ਲੈਂਦਾ। ਤੂੰ ਜੋ ਜੋ ਆਪਾਂ ਕਰਮ ਕਰ ਰਹੇ ਨਾ, ਤੇ ਪਰਮਾਤਮਾ ਵਾਹਿਗੁਰੂ ਸਾਨੂੰ ਦੇਖ ਰਿਹਾ ਹੈ, ਤੇ ਉਹ ਦੇਖ ਰਿਹਾ ਹੈ ਜੋ ਵੀ ਆਪਾਂ ਦਿਨ ਤੋਂ ਲੈ ਕੇ ਰਾਤ ਤੱਕ ਜੋ ਕੰਮ ਕਰਦੇ ਹਾਂ, ਰਾਤ ਵੇਲੇ ਕਰਦੇ ਹਾਂ, ਸਭ ਕੁਝ ਉਹ ਵਾਹਿਗੁਰੂ ਦੇਖ ਰਿਹਾ ਹੈ। ਮਨੁੱਖ ਜਦੋਂ ਸੰਸਾਰ 'ਚ ਵਿਚਰਦਾ, ਇੱਕ ਚੋਰ ਚੋਰੀ ਕਰਨ ਲਈ ਕਿਸੇ ਦੇ ਘਰ ਸੰਨ ਲਾਉਂਦਾ ਏ, ਉਹ ਆਲੇ ਦੁਆਲੇ ਦੇਖਦਾ, ਇੱਧਰ ਉੱਧਰ ਦੇ ਮੈਨੂੰ ਕੋਈ ਦੇਖ ਤਾਂ ਨਹੀਂ ਰਿਹਾ ਏ, ਪਰ ਉਹਨੂੰ ਇਹ ਨਹੀਂ ਪਤਾ ਕਿ ਬੰਦਾ ਬੰਦੇ ਤੋਂ ਡਰਦਾ ਹੋਇਆ ਏ, ਜੇ ਮੈਨੂੰ ਬੰਦਾ ਨਾ ਕੋਈ ਦੇਖ ਲਵੇ, ਮੈਨੂੰ ਕੋਈ ਪੁਰਸ਼ ਨਾ ਦੇਖ ਲਵੇ। ਪਰ ਇਹ ਸਮਝ ਨਹੀਂ ਆਉਂਦੀ ਕਿ ਪਰਮਾਤਮਾ ਤਾਂ ਸਾਰੀਆਂ ਥਾਵਾਂ 'ਤੇ ਹੈ, ਉਹ ਸਾਰੀਆਂ ਥਾਵਾਂ 'ਤੇ ਦੇਖ ਰਿਹਾ ਹੈ। ਚਾਹੇ ਤੂੰ ਕਾਲ ਕੋਠੜੀ ਜਾ ਕੇ ਬਹਿ ਜਾ, ਚਾਹੇ ਤੂੰ ਜਿੱਥੇ ਮਰਜੀ ਪਹਾੜਾਂ ਉੱਤੇ ਚਲਿਆ ਜਾਂ ਜੰਗਲਾਂ ਵਿੱਚ ਚਲਿਆ ਜਾ, ਜਿੰਨਾ ਮਰਜੀ ਓਹਲਾ ਕਰ ਲੈ, ਦੁਨੀਆ ਪਾਸੋਂ ਓਹਲਾ ਕਰ ਰਵੇਗਾ ਪਰ ਰੱਬ ਪਾਸੋਂ ਓਹਲਾ ਨਹੀਂ ਹੋਵੇਗਾ। ਪਰਮਾਤਮਾ ਦੇਖਦਾ ਹੈ। ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਹੋਈ। ਆਮ ਤੌਰ 'ਤੇ ਚੰਦੂ ਨੂੰ ਪਾਤਰ ਬਣਾ ਕੇ ਚੰਦੂ ਨੂੰ ਇਹ ਦੱਸਿਆ ਜਾ ਰਿਹਾ ਕਿ ਚੰਦੂ ਨੇ ਸਭ ਕੁਝ ਕੀਤਾ, ਪਰ ਚੰਦੂ ਦੀ ਕੀ ਔਕਾਤ ਸੀ ਕਿ ਚੰਦੂ ਐਡਾ ਵੱਡਾ
ਉਪਦਰਵ ਕਰ ਸਕੇ, ਉਹਦੇ ਸਿਰ ਉੱਤੇ ਜਹਾਂਗੀਰ ਦਾ ਹੱਥ ਸੀ। ਜਹਾਂਗੀਰ ਬਾਦਸ਼ਾਹ ਨੇ ਆਪਣੇ ਆਪ ਨੂੰ ਛੁਪਾ ਕੇ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਗੁਰੂ ਸਵਾਰਿਓ ਜਿਹੜੀ ਸੱਚਾਈ ਹੈ ਪ੍ਰਗਟ ਹੋ ਜਾਂਦੀ ਹੈ। ਉਹਦੀ ਲਿਖੀ ਹੋਈ ਡਾਇਰੀ ਤੁਝ ਕੇ ਜਹਾਂਗੀਰੀ, ਉਹਦੇ ਵਿੱਚ ਉਹ ਖੁਦ ਲਿਖਦਾ ਹੈ। ਆਪਣੇ ਆਪ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ, ਸਤਿਗੁਰੂ ਨੂੰ ਸ਼ਹੀਦ ਵੀ ਕਰਵਾਇਆ, ਪਰ ਨਾਲ ਸਬੂਤ ਛੱਡ ਗਿਆ ਅਤੇ ਵਿੱਚ ਲਿਖਿਆ ਹੋਇਆ ਕਿ ਗੋਇੰਦਵਾਲ ਸਾਹਿਬ ਪੰਜਾਬ ਦੀ ਧਰਤੀ 'ਤੇ ਗੋਇੰਦ ਬਿਆਸਾ ਦਰਿਆ ਦੇ ਕਿਨਾਰੇ 'ਤੇ ਇੱਕ ਅਰਜਨ ਨਾਮੀ ਹਿੰਦੂ ਰਹਿੰਦਾ। ਹਿੰਦੂ ਲਿਖਦਾ ਸਤਿਗੁਰੂ ਨੂੰ, ਜਿਹੜਾ ਇਹ ਲਿਖਦਾ ਕਿ ਉਹਨੇ ਬਹੁਤ ਜਿਹੜੀ ਪੀੜ੍ਹੀ ਦਰ ਪੀੜ੍ਹੀ, ਇਹ 3-4 ਪੀੜ੍ਹੀਆਂ ਤੋਂ ਇਸ ਤਰ੍ਹਾਂ ਲਗਾਤਾਰ ਇਹ ਗੱਦੀ ਚੱਲੀ ਆ ਰਹੀ ਹੈ, ਜਿੱਥੇ ਸਾਡੇ ਬਹੁਤ ਸਾਰੇ ਮੁਸਲਮਾਨ ਵੀ ਉਹਨਾਂ ਦੇ ਸਿੱਖ ਬਣਦੇ ਜਾ ਰਹੇ ਹਨ। ਅਖੀਰ 'ਤੇ ਲਿਖਦਾ, ਕਹਿੰਦਾ ਇਹ ਮੇਰੇ ਮਨ ਵਿੱਚ ਇਹ ਕਾਫੀ ਸਮੇਂ ਤੋਂ ਇਹ ਖੁਆਇਸ਼ ਸੀ ਕਿ ਇਸ ਝੂਠ ਦੀ ਦੁਕਾਨ ਨੂੰ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਬੰਦ ਕਰਾਂ। ਕਿ ਜਦੋਂ ਸਤਿਗੁਰੂ ਨੇ ਫਿਰ ਖੁਸਰੋਦੀਨ ਨੂੰ ਸ਼ਰਨ ਦੇਣਾ ਕੀਤੀ, ਮੈਨੂੰ ਮੌਕਾ ਮਿਲਿਆ ਅਤੇ ਮੈਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਵਾਉਣਾ ਕੀਤਾ। ਇਹਦੀ ਆਪਣੀ ਲਿਖਤ ਹੈ। ਬੇਸ਼ੱਕ ਅੱਜ ਇਤਿਹਾਸਕਾਰ ਪੜ੍ਹਦਾ ਪਾਉਂਦੇ ਨੇ, ਆਪਣੇ ਆਪ ਨੂੰ ਪੜ੍ਹਦਾ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਸੱਚਾਈ ਜਿਹੜੀ ਹੈ ਸਾਰਿਆਂ ਵਿੱਚ ਪ੍ਰਗਟ ਹੋ ਗਈ। ਇੱਥੋਂ ਸਿੱਧ ਹੁੰਦਾ ਕਿ ਰੱਬ ਜਿਹੜਾ ਹੈ ਦੇਖਦਾ ਹੈ ਜੋ ਆਪਾਂ ਕਰਮ ਕਰਦੇ ਹਾਂ, ਅਤੇ ਜਿੰਨਾ ਮਰਜ਼ੀ ਆਪਾਂ ਛੁਪਾਉਣ ਦੀ ਕੋਸ਼ਿਸ਼ ਕਰੀਏ ਅਤੇ ਪਰਮਾਤਮਾ ਵਾਹਿਗੁਰੂ ਸਾਨੂੰ ਸਾਰੀਆਂ ਥਾਵਾਂ 'ਤੇ ਦੇਖ ਰਿਹਾ ਹੈ। ਅੱਗੋਂ ਦੇਖੈ, ਪਿੱਛੋਂ ਦੇਖੈ, ਤੁਝ ਤੇ ਕਹਾਂ ਛੁਪਾਵੈ, ਹੇ ਪਰਮੇਸ਼ਰ ਤੇਤੋਂ ਕਿਵੇਂ ਛੁਪਾ ਲਵਾਂਗੇ, ਤੇਤੋਂ ਕੁਝ ਨਹੀਂ ਛੁਪ ਸਕਦਾ ਹੈ। ਅਤੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਕਹਿੰਦੇ ਇਸ ਕਰਕੇ ਹੇ ਮਾਲਕ, ਅਸੀਂ ਤੇਰੇ ਕਿਹੜੇ ਬੋਲਾਂ ਨੂੰ ਅਸੀਂ ਕਿਵੇਂ ਤੇਰੀ ਸਿਫਤਸਲਾਹ ਕਰੀਏ। ਸਾਡੇ ਵਿੱਚ ਕੋਈ ਗੁਣ ਨਹੀਂ ਹੈ, ਕਿਹੜੇ ਬੋਲ ਬੋਲੀਏ। ਤੂੰ ਸਭਨਾ ਦੇਖੈ, ਸਾਰਿਆਂ ਨੂੰ ਤੂੰ ਦੇਖ ਰਿਹਾ ਹੈ। ਜੋ ਵੀ ਜੀਵ ਕਰਮ ਕਰਦਾ ਉਹਨੂੰ ਚੰਗੀ ਤਰ੍ਹਾਂ ਤੂੰ ਤੋਲਦਾ, ਪਰਖ ਲੈਂਦਾ ਹੈ। ਜਿਉਂ ਭਾਵੈ ਤਿਉਂ ਰਾਖੈ ਰਹਿਣਾ, ਗੁਰਮੁਖ ਏਕੋ ਜਾਤਾ ਹੈ। ਪਰ ਪਾਤਸ਼ਾਹ ਜੀ ਜਿਹੜੇ ਤੇਰੇ ਪਿਆਰੇ ਨੇ ਨਾ, ਗੁਰਮੁਖ ਜਨ ਹਨ, ਉਹ ਤੇਰੇ ਹੁਕਮ ਦੀ ਪਾਲਣਾ ਕਰਦੇ ਨੇ, ਤੇਰੇ ਹੁਕਮ ਤੋਂ ਬਾਹਰ ਹੀ ਨਹੀਂ ਹਨ। ਉਹ ਇੰਝ ਆਖਦੇ ਨੇ ਕਿ ਪ੍ਰਮਾਤਮਾ ਜਿਉਂ ਭਾਵੈ, ਜਿਵੇਂ ਤੈਨੂੰ ਭਾਉਂਦਾ ਹੈ, ਤਿਉਂ ਰੱਖ ਹੈ, ਉਸੇ ਤਰ੍ਹਾਂ ਰੱਖਣਾ ਕਰ। ਅਸੀਂ ਉਸੇ ਤਰ੍ਹਾਂ ਰਹਿਣਾ ਚਾਹੁੰਦੇ ਹਾਂ, ਤੇਰੀ ਰਜ਼ਾ ਤੋਂ ਬਿਲਕੁਲ ਉਲਟ ਨਹੀਂ ਚੱਲਣਾ ਚਾਹੁੰਦੇ ਹਨ। ਅਤੇ ਗੁਰਮੁਖ ਜਨ ਇੱਕ ਪਰਮੇਸ਼ਰ ਨੂੰ ਹੀ ਜਾਣਦੇ ਨੇ। ਜਿਹੜੇ ਰੱਬ ਦੇ ਭਾਣੇ ਨੂੰ ਮਿੱਠਾ ਕਰਕੇ ਮੰਨ ਲੈਂਦੇ ਨੇ ਨਾ, ਅਸਲ ਵਿੱਚ ਉਹ ਗੁਰਮੁਖ ਨੇ। ਜਿਹੜੇ ਭਾਣੇ ਤੋਂ ਡੋਲ ਜਾਂਦੇ ਨੇ, ਫਿਰ ਅਸਲ ਵਿੱਚ ਉਹ ਗੁਰਮੁਖ ਨਹੀਂ ਹੋ ਸਕਦੇ ਹਨ। ਗੁਰਮੁਖ ਜਿਨ੍ਹਾਂ ਦੇ ਸਾਹਮਣੇ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ, ਸਰੀਰ ਦੇ ਟੁਕੜੇ ਟੁਕੜੇ ਕਰ ਦਿੱਤੇ ਜਾਣ, ਫਿਰ ਉਹ ਗੁਰਮੁਖਾਂ ਵਾਲਾ ਜੀਵਨ ਉਹਨਾਂ ਪਿਆਰਿਆਂ ਦਾ ਹੁੰਦਾ ਹੈ। ਇਸ ਕਰਕੇ ਗੁਰਮੁਖ ਜਨ ਤੇਰੇ ਭਾਣੇ ਵਿੱਚ ਰਜਾ ਵਿੱਚ ਰਹਿੰਦੇ ਨੇ। ਬਾਬਾ ਸੁਬੇਗ ਸਿੰਘ ਅਤੇ ਬਾਬਾ ਸ਼ਹਿਬਾਜ਼ ਸਿੰਘ ਪਿਓ ਪੁੱਤਰ, ਜਿਹਨਾਂ ਜਿਉਂਦਿਆਂ ਨੂੰ ਗੁਰੂ ਚਰਖੜੀਆਂ ਉੱਤੇ ਚਾੜ੍ਹਿਆ ਗਿਆ, ਪਿਓ ਪੁੱਤਰ ਨੂੰ ਸਰੀਰ ਦੀਆਂ ਹੱਡੀਆਂ ਕੜ ਕੜ ਕੇ ਟੁੱਟਦੀਆਂ ਨੇ, ਪਰ ਫਿਰ ਵੀ ਗੁਰੂ ਸਾਹਿਬ ਡੋਲੇ ਨਹੀਂ, ਚੜ੍ਹਦੀ ਕਲਾ ਦੇ ਵਿੱਚ ਰਹੇ ਨੇ। ਚਰਖੜੀਆਂ ਉੱਤੇ ਚੜ੍ਹ ਕੇ ਸਰੀਰ ਨੂੰ ਤੁੰਬਾ ਤੁੰਬਾ ਕਰਾ ਲਿਆ, ਸ਼ਹਾਦਤ ਦਾ ਜਾਮ ਪੀ ਗਏ, ਪਰ ਸਤਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਭੀਖ ਨਹੀਂ ਮੰਗੀ ਜਰਵਾਣਿਆਂ ਪਾਸੋਂ ਕਿ ਸਾਡੀਆਂ ਜਾਨਾਂ ਬਖਸ਼ ਦਿਓ, ਅਸੀਂ ਦੀਨੇ ਇਸਲਾਮ ਕਬੂਲ ਕਰ ਲਵਾਂਗੇ। ਲਾਲਚ ਦਿੱਤੇ ਜਾ ਰਹੇ ਸਨ ਕਿ ਭਾਈ ਤੁਸੀਂ ਦੀਨੇ ਇਸਲਾਮ ਕਬੂਲ ਕਰ ਲਵੋ, ਤੁਹਾਨੂੰ ਛੱਡ ਦਿੱਤਾ ਜਾਵੇਗਾ,
ਤੁਹਾਨੂੰ ਵੱਡੇ ਵੱਡੇ ਮਰਤਬੇ ਦਿੱਤੇ ਜਾਣਗੇ, ਸਾਡੀਆਂ ਜਿਹੜੀਆਂ ਲੜਕੀਆਂ ਨਾਲ ਤੁਹਾਡੇ ਸ਼ਾਦੀ ਕੀਤੀ ਨਿਕਾਹ ਕੀਤਾ ਜਾਵੇਗਾ। ਇਹ ਸਾਰੇ ਲਾਲਚ ਦਿੱਤੇ ਗਏ ਸਨ। ਪਰ ਰਜਾ ਵਿੱਚ ਰਹਿ ਕੇ ਗੁਰੂ ਸਵਾਰਿਓ ਸਰੀਰ ਕੁਰਬਾਨ ਕਰ ਦਿੱਤੇ, ਜ਼ਮੀਰ ਨੂੰ ਜ਼ਮੀਰ ਨਹੀਂ ਜਾਣ ਦਿੱਤਾ ਆਪਣਾ, ਤੇ ਇਸ ਤਰ੍ਹਾਂ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਜਿਹੜੇ ਗੁਰਮੁਖ ਜਨ ਨੇ ਭਾਣੇ ਵਿੱਚ ਰਹਿੰਦੇ ਹਨ, ਉਸ ਮਾਲਕ ਦੀ ਰਜਾ ਵਿੱਚ ਰਹਿੰਦੇ ਹਨ। ਗੁਰਮੁਖ ਜਨ ਇੱਕ ਪਰਮੇਸ਼ਰ ਨੂੰ ਹੀ ਸਾਰੀਆਂ ਥਾਵਾਂ 'ਤੇ ਜਾਤਾ ਹੈ ਜਾਣਦੇ ਹਨ। ਜਾ ਦੁੱਧ ਭਾਣਾ ਤਾਂ ਸੱਚੀ ਕਾਰੈ ਲਾਏ, ਅਵਗਣ ਛੋੜ ਗੁਣ ਮਾਹੇ ਸਮਾਏ। ਜਾ ਤੁਧ ਭਾਣਾ, ਹੇ ਪਰਮੇਸ਼ਰ ਜਾ ਤੁਧ ਭਾਣਾ, ਜੇ ਤੈਨੂੰ ਭਾਣਾ ਚੰਗਾ ਲੱਗਦਾ ਹੈ ਤਾਂ ਸੱਚੀ ਕਾਰੈ ਲਾਏ, ਸਾਨੂੰ ਸੱਚੀ ਕਾਰ ਵਿੱਚ ਲਾਣਾ ਕਰ। ਉਹ ਕਾਰ ਵਿੱਚ ਲਾ ਜਿਸ ਕਾਰ ਨੂੰ ਕਰਕੇ ਸਾਡੀ ਪਰਮੇਸ਼ਰ ਨਾਲ ਨੇੜਤਾ ਵਧੇ। ਅਵਗਣ ਛੋੜ ਗੁਣ ਮਾਹੇ ਸਮਾਏ, ਆਪਣੀ ਰਜਾ ਵਿੱਚ ਰੱਖ ਕੇ ਹੀ ਪ੍ਰਮਾਤਮਾ ਸਾਡੇ ਉੱਤੇ ਇਹ ਬਖਸ਼ਿਸ਼ ਕਰ, ਤਾਂ ਕਿ ਅਸੀਂ ਆਪਣੇ ਔਗਣਾਂ ਨੂੰ ਛੱਡ ਦਈਏ। ਜਿਹੜੇ ਤੁਹਾਡੇ ਸ਼ੁਭ ਗੁਣ ਨੇ ਨਾ, ਉਹ ਸ਼ੁਭ ਗੁਣ ਸਾਡੇ ਹਿਰਦੇ ਅੰਦਰ ਸਮਾ ਜਾਣ। ਤੁਹਾਡੇ ਗੁਣਾਂ ਵਿੱਚ ਹੀ ਸਮਾਜੇ ਭਾ ਗੁਣ ਕੀ ਹੈ? ਪਰਉਪਕਾਰ। ਉਪਕਾਰ ਪਰਉਪਕਾਰ, ਜਿਹੜਾ ਤੁਸੀਂ ਸਾਡੇ ਤੇ ਪਰਉਪਕਾਰ ਕੀਤਾ ਉਹਨੂੰ ਚੇਤੇ ਕਰ ਕਰਕੇ ਵਾਰ-ਵਾਰ ਅਸੀਂ ਤੁਹਾਡੇ ਵਿੱਚ ਸਮਾਜੇ, ਤੁਹਾਡੇ ਵਿੱਚ ਲੀਨ ਹੋ ਜਾਈਏ। ਇਹ ਸਾਡੇ ਉੱਤੇ ਬਖਸ਼ਿਸ਼ ਕਰੋ। ਗੁਣ ਮਹਿ ਏਕੋ ਨਿਰਮਲ ਸਾਚਾ, ਗੁਰ ਕੈ ਸ਼ਬਦ ਪਛਾਤਾ ਹੈ। ਗੁਣ ਮਹਿ ਨਿਰਮਲ ਏਕੋ ਸਾਚਾ, ਗੁਣ ਦੇ ਵਿੱਚ ਕਹਿੰਦੇ ਇੱਕ ਪਰਮੇਸ਼ਰ ਜਿਹੜਾ ਹੈ ਨਿਰਮਲ ਹੈ, ਜਿਹਨੂੰ ਬਿਲਕੁਲ ਮੈਲ ਨਹੀਂ ਹੈ। ਉਹ ਕੀ ਹੈ? ਸੱਚਾ ਹੈ। ਕਹਿੰਦੇ ਉਹ ਸੱਚਾ ਪਰਮੇਸ਼ਰ ਜਿਹੜਾ ਵਾਹਿਗੁਰੂ ਹੈ, ਕਿਵੇਂ ਉਹਨੂੰ ਜਾਣਿਆ ਜਾ ਸਕਦਾ? ਉਹਦੇ ਨਾਲ ਜਾਣ ਪਹਿਚਾਣ ਕਿਵੇਂ ਹੋ ਸਕਦੀ ਹੈ? ਤੇ ਸਤਿਗੁਰੂ ਕਹਿੰਦੇ ਨੇ ਗੁਰ ਕੈ ਸ਼ਬਦ ਪਛਾਤਾ ਹੈ। ਜਿਹੜੇ ਗੁਰੂ ਦੇ ਸ਼ਬਦ ਨਾਲ ਜੁੜ ਗਏ ਨਾ, ਗੁਰੂ ਦਾ ਸ਼ਬਦ ਇੱਕ ਐਸਾ ਹੈ, ਸ਼ਬਦ ਦਾ ਅਭਿਆਸ ਕਰਨ ਦੇ ਨਾਲ ਤੁਹਾਡੀ ਪਰਮੇਸ਼ਰ ਨਾਲ ਜਾਣ ਪਹਿਚਾਣ ਹੋ ਸਕਦੀ ਹੈ। ਜਦੋਂ ਤੱਕ ਸ਼ਬਦ ਨਾਲ ਨਹੀਂ ਜੁੜਦੇ ਉਦੋਂ ਤੱਕ ਸਾਡੀ ਪਰਮੇਸ਼ਰ ਨਾਲ ਗੁਣਾਂ ਦੀ ਸਾਂਝ ਨਹੀਂ ਪੈ ਸਕਦੀ ਹੈ। ਸ਼ਬਦ ਹੀ ਇੱਕ ਐਸਾ ਹੈ ਜਿਹੜਾ ਸਾਨੂੰ ਸੰਸਾਰ ਸਮੁੰਦਰ ਤੋਂ ਤਾਰਨ ਵਾਲਾ ਹੈ। ਕਿਉਂਕਿ ਅੱਜ ਆਪਾਂ ਹਾਂ, ਕੱਲ੍ਹ ਨੂੰ ਨਹੀਂ ਹੋਵਾਂਗੇ। ਸ਼ਬਦ ਪਹਿਲਾਂ ਵੀ ਸੀ, ਸ਼ਬਦ ਅੱਜ ਵੀ ਹੈ, ਸ਼ਬਦ ਅੱਗੇ ਵੀ ਹੋਵੇਗਾ। ਰਹਿੰਦੀ ਦੁਨੀਆ ਤੱਕ ਸ਼ਬਦ ਰਹੇਗਾ ਤੇ ਸ਼ਬਦ ਕਦੇ ਮੁੱਕਣ ਵਾਲਾ ਨਹੀਂ ਹੈ। ਤੇ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਗੁਰੂ ਦੇ ਸ਼ਬਦ ਰਾਹੀਂ ਹੀ ਉਸ ਪਰਮੇਸ਼ਰ ਨੂੰ, ਵਾਹਿਗੁਰੂ ਨੂੰ ਪਹਿਚਾਣਿਆ ਜਾ ਸਕਦਾ ਹੈ। ਸ਼ਬਦ ਦੇ ਲੜ ਲੱਗੀਏ, ਸ਼ਬਦ ਦਾ ਅਭਿਆਸ ਕਰੀਏ, ਗੁਰਬਾਣੀ ਨੂੰ ਵੱਧ ਤੋਂ ਵੱਧ ਪੜ੍ਹੀਏ, ਫਿਰ ਸਾਡਾ ਲੋਕ ਸੁਖੀਏ ਪਰ ਲੋਕ ਸਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਪਾਤਸ਼ਾਹ ਬਖਸ਼ਿਸ਼ ਕਰਨਗੇ। ਹੋਈਆਂ ਭੁੱਲਾਂ ਚੁੱਕਾਂ ਦੀ